ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਹਰ ਹਰ ਮੀਠਾ ਲਾਗਾ, ਗੁਰਮੀਠੇ ਬਚਨ ਕਢਾਵੇ ਗੋ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਪੀਨਾ ਨਿਜ ਘਰ ਆਵੇ ਗੋ। ਤਹਾਂ ਅਨਹਦ ਧੁਨੀ ਬਾਜੈ ਨਿਤ ਬਾਜੈ, ਨੀਝਰ ਧਾਰ ਚੁਆਵੇ ਗੋ। ਧੰਨ ਵਾਹਿਗੁਰੂ ਸਾਹਿਬ ਜੀ, ਬਸੰਤ ਮਹਿਲਾ ਪਹਿਲਾ ਹਿੰਡੋਲ। ਸਾਹੁਰੜੀ ਵਥ ਸਭ ਕਿਛ ਸਾਂਝੀ, ਪੇਵ ਕੜੈ ਧਨ ਵਖੇ। ਆਪ ਕੁਚਜੀ ਦੋਸ਼ ਨ ਦੇਉ, ਜਾਣਾ ਨਾਹੀ ਰਖੇ। ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਨੀ, ਅੱਖਰ ਲਿਖੇ ਸਈ ਗਾਵਾਂ। ਅਵਰ ਨਾ ਜਾਣਾ ਬਾਣੀ, ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਨੀ। ਅੱਖਰ ਲਿਖੇ ਸਈ ਗਾਵਾਂ, ਅਵਰ ਨ ਜਾਣਾ ਬਾਣੀ। ਰਹਾਉ ਕੱਢ ਕਸੀਦਾ ਪਹਿਰੈ ਚੋਲੀ, ਤਾਂ ਤੁਮ ਜਾਣੋ ਨਾਰੀ। ਜੇ ਘਰ ਰੱਖੈ ਬੁਰਾ ਨ ਚਾਖੈ, ਹੋਵੈ ਕੰਤ ਪਿਆਰੀ। ਜੇ ਤੂੰ ਪੜਿਆ ਪੰਡਿਤ ਬੀਨਾ, ਜੇ ਤੂੰ ਪੜਿਆ ਪੰਡਿਤ ਬੀਨਾ। ਦੋਏ ਅੱਖਰ ਦੋਏ ਨਾਵਾ, ਪ੍ਰਣਵਤ ਨਾਨਕ ਏਕ ਲੰਘਾਏ। ਜੇਕਰ ਸੱਚ ਸਮਾਵਾ, ਜੇ ਤੂੰ ਪੜਿਆ ਪੰਡਿਤ ਬੀਨਾ। ਦੋਏ ਅੱਖਰ ਦੋਏ ਨਾਵਾ, ਪ੍ਰਣਵਤ ਨਾਨਕ ਏਕ ਲੰਘਾਏ। ਜੇਕਰ ਸੱਚ ਸਮਾਵਾ। ਭਾਗਾਂ ਵਾਲਿਓ, ਜਿਸ ਸ਼ਬਦ ਦਾ ਪਾਠ ਹੁਣੇ ਅਸਾਂ ਸਾਰਿਆਂ ਨੇ ਰਲ ਮਿਲ ਕੇ ਸੁਣਿਆ ਤੇ ਕੀਤਾ ਹੈ, ਸਿਰਲੇਖ ਬਸੰਤ ਮਹਿਲਾ ਪਹਿਲਾ ਹਿੰਡੋਲ, ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1171 ਉੱਪਰ ਸੁਭਾਇਮਾਨ। ਗੁਰੂ ਸਾਹਿਬ ਇਸ ਸ਼ਬਦ ਰਾਹੀਂ ਸਮੁੱਚੀ ਮਨੁੱਖਤਾ ਨੂੰ, ਮੈਨੂੰ, ਤੁਹਾਨੂੰ ਕੀ ਉਪਦੇਸ਼ ਬਖਸ਼ਦੇ ਪਏ ਨੇ। ਆਓ ਰਲ ਮਿਲ ਕੇ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਵੇਂ ਹੁਣੇ ਜ਼ਿਕਰ ਕੀਤਾ ਕਿ ਸ਼ਬਦ ਵਿੱਚ ਸਾਡੇ ਲਈ ਕੀ ਮੈਸੇਜ ਹੈ, ਬਿਲਕੁਲ ਵੀ ਸਮਝ ਨਹੀਂ ਆਇਆ। ਬਟ ਇੱਕ ਚੀਜ਼ ਬੜੀ ਚੰਗੀ ਹੈ ਕਿ ਇੱਕ ਉਪਰਾਲਾ ਤੇ ਹੋ ਰਿਹਾ ਹੈ ਕਿ ਘੱਟ ਤੋਂ ਘੱਟ ਸ਼ਬਦ ਦੀ ਵਿਚਾਰ ਹੋਣ ਤੋਂ ਪਹਿਲੇ ਅਸਾਂ ਸਾਰੇ ਸ਼ਬਦ ਪੜ੍ਹ ਕੇ ਆਉਂਦੇ ਪਏ ਹਾਂ। ਜਦੋਂ ਪੜ੍ਹ ਕੇ ਆਵਾਂਗੇ ਤਾਂ ਪਤਾ ਲੱਗੇਗਾ ਕਿ ਸਾਨੂੰ ਕਿਹੜੀ ਚੀਜ਼ ਸਮਝ ਆ ਰਹੀ ਹੈ ਤੇ ਕਿਹੜੀ ਨਹੀਂ। ਆਓ ਕੁਝ ਮਿੰਟਾਂ ਵਿੱਚ ਇਹ ਯਤਨ ਕਰੀਏ
ਕਿ ਇਹ ਕੋਸ਼ਿਸ਼ ਕਰੀਏ ਸਮਝਣ ਦੀ ਕਿ ਗੁਰੂ ਸਾਹਿਬ ਮੈਨੂੰ ਤੁਹਾਨੂੰ ਇਸ ਸ਼ਬਦ ਵਿੱਚ ਕੀ ਉਪਦੇਸ਼ ਬਖਸ਼ਦੇ ਪਏ ਨੇ। ਹੋ ਸਕਦਾ ਹੈ ਜਿਹੜੇ ਅਰਥ ਪੜ੍ਹ ਕੇ ਆਏ ਨੇ ਕਿਧਰ ਨਾ ਕਿਧਰ ਅਰਥ ਥੋੜੇ ਡਿਫਰੈਂਟ ਲੱਗਣ। ਜਦ ਤੱਕ ਸਮਾਜ ਰਹੇਗਾ ਤਦ ਤੱਕ ਸੋਚਾਂ ਵੱਖਰੀਆਂ ਵੱਖਰੀਆਂ ਰਹਿਣਗੀਆਂ, ਪਰ ਜਦੋਂ ਅਸੀਂ ਬਾਣੀ ਦੇ ਅਰਥ ਇੱਕੋ ਦੇ ਫਲਸਫੇ ਤੇ ਖੜੇ ਹੋ ਕੇ ਕਰਾਂਗੇ, ਆਪਣੇ ਆਪ ਤੇ ਟੁਕਾ ਕੇ ਕਰਾਂਗੇ, ਤੇ ਸਾਡੇ ਜੀਵਨ ਦਾ ਭਲਾਈ ਹੋ ਸਕਦੀ ਹੈ। ਸੋ ਆਓ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹਾਂ। ਪਰਤਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ ਤੇ ਨੁਕਤੇ ਨੂੰ ਸਾਹਮਣੇ ਰੱਖਦੇ ਹੋਏ ਵਿਚਾਰ ਪ੍ਰਾਰੰਭ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਫਤਿਹ ਨਾਲ ਸਾਂਝ ਪਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਮਨੁੱਖ ਕੋਈ ਕੰਮ ਨਾ ਕਰ ਸਕੇ, ਕਿਸੇ ਚੀਜ਼ ਦਾ ਉਹ ਦਾਵਾ ਕਰੇ, ਪਰ ਜੋ ਦਾਵਾ ਉਹਨੇ ਕੀਤਾ ਹੋਏ ਉਸ ਪਰਥਾਏ ਉਹ ਆਪਣੀ ਮੰਜ਼ਿਲ ਤੱਕ ਆਪਣੇ ਦਾਅਵੇ ਤੇ ਪੂਰਨ ਤੌਰ ਤੇ ਖੜਾ ਨਾ ਹੋ ਸਕੇ, ਉਸ ਮਨੁੱਖ ਦਾ ਜਿਹੜਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਬਹਾਨੇ ਲਾਉਣਾ। ਉਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਮੈਂ ਕੰਮ ਕਰ ਸਕਦਾ ਸੀ ਪਰ ਇਸ ਲਈ ਨਹੀਂ ਕਰ ਪਾਇਆ ਕਿਉਂਕਿ ਹਾਲਾਤ ਠੀਕ ਨਹੀਂ। ਮੈਂ ਇਹ ਕੰਮ ਕਰ ਸਕਦਾ ਸੀ ਪਰ ਇਸ ਲਈ ਨਹੀਂ ਕਰ ਪਾਇਆ ਕਿਉਂਕਿ ਮੈਨੂੰ ਸਪੋਰਟ ਨਹੀਂ ਮਿਲੀ। ਮੈਂ ਕੰਮ ਕਰ ਸਕਦਾ ਸੀ ਪਰ ਬਣਿਆ ਹੋਇਆ ਕੰਮ ਇਸ ਬੰਦੇ ਨੇ ਵਿਗਾੜ ਦਿੱਤਾ। ਮਨੁੱਖ ਦਾ ਜਿਹੜਾ ਸਭ ਤੋਂ ਪਹਿਲਾ ਏਮ, ਸਭ ਤੋਂ ਪਹਿਲਾ ਐਫਰਟ ਹੁੰਦਾ ਹੈ ਉਹ ਇਸ ਜਗ੍ਹਾ ਤੇ ਹੀ ਖੜਾ ਹੁੰਦਾ ਹੈ ਕਿ ਕਿਸ ਢੰਗ ਨਾਲ ਮੈਂ ਬਹਾਨੇ ਕਰ ਸਕਾਂ ਤਾਂ ਕਿ ਇਲਜ਼ਾਮ ਮੇਰੇ ਤੇ ਨਾ ਆਏ। ਉਹਦਾ ਕਾਰਨ, ਜੇ ਮਨੁੱਖ ਨੇ ਕਬੂਲ ਲਿਆ ਕਿ ਜੋ ਦਾਅਵੇ ਉਹਨੇ ਕੀਤੇ ਸੀ ਉਹ ਚੀਜ਼ ਉਹ ਸਿੱਧ ਨਾ ਕਰ ਸਕਿਆ, ਹਾਸਲ ਨਾ ਕਰ ਸਕਿਆ, ਸਭ ਤੋਂ ਵੱਧ ਸੱਟ ਜਿਸ ਚੀਜ਼ ਨੂੰ ਲੱਗਦੀ ਹੈ ਉਹ ਹੈ ਉਸ ਮਨੁੱਖ ਦੀ ਹੋਂਦ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਵਿਕਾਰਾਂ ਦਾ ਜ਼ਿਕਰ ਕਰਦੀ ਹੈ ਪਰ ਉੱਥੇ ਨਾਲ ਨਾਲ ਇੱਕ ਚੀਜ਼ ਸਪਸ਼ਟ ਕਰ ਦਿੰਦੀ ਹੈ। ਅਨੇਕ ਥਾਵਾਂ ਤੇ ਕਾਮ ਦਾ ਜ਼ਿਕਰ ਆਇਆ, ਕ੍ਰੋਧ ਦਾ ਜ਼ਿਕਰ ਆਇਆ, ਲੋਭ ਦਾ ਜ਼ਿਕਰ ਆਇਆ, ਮੋਹ ਦਾ ਜ਼ਿਕਰ ਆਇਆ, ਪਰ ਗੁਰੂ ਸਾਹਿਬ ਇੱਕ ਚੀਜ਼ ਬਿਲਕੁਲ ਸਪਸ਼ਟ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਪਏ ਨੇ ਹਉਮੈ ਦੀਰਘ ਰੋਗ ਹੈ। ਜ਼ਿਕਰ ਕਾਮ ਦਾ ਵੀ ਕੀਤਾ ਹੈ, ਕ੍ਰੋਧ ਦਾ ਵੀ ਕੀਤਾ ਹੈ, ਪਰ ਜਿਸ ਚੀਜ਼ ਨੂੰ ਦੀਰਘ ਰੋਗ ਕਿਹਾ ਹੈ ਉਹ ਕਿੱਥੇ ਹੈ? ਹਉਮੈ ਤੇ। ਹੁਣ ਜਦੋਂ ਹਉਮੈ ਇਤਨੀ ਵੱਡੀ ਪ੍ਰੋਬਲਮ ਖੜੀ ਹੋਏ, ਇੱਕ ਚੀਜ਼ ਮੈਨੂੰ ਤੁਹਾਨੂੰ ਆਰੰਭਤਾ ਵਿੱਚ ਹੀ ਮੰਨਣੀ ਪਏਗੀ ਕਿ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਪ੍ਰੋਬਲਮ ਮੇਰੇ ਵਿੱਚ ਵੀ ਤੇ ਤੁਹਾਡੇ ਵਿੱਚ ਵੀ। ਹੁਣ ਜਦੋਂ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਹਰ ਬੰਦਾ ਹਾਂ ਤੇ ਖੜਾ ਹੈ, ਬਾਹਰਲੀ ਤੌਰ ਤੇ ਦਿਖਾਵਾ ਭਾਵੇਂ ਹੀ ਕਰ ਸਕੇ ਕਿ ਮੇਰੇ ਅੰਦਰ ਬੜੀ ਨਿਮਰਤਾ ਹੈ, ਪਰ ਕਿਧਰ ਨਾ ਕਿਧਰ ਹਰ ਬੰਦੇ ਦੇ ਅੰਦਰ ਹਾਂ ਹੈ, ਕਿਉਂਕਿ ਗੁਰੂ ਵੀ ਇੱਕ ਚੀਜ਼ ਬਿਲਕੁਲ ਸਪਸ਼ਟ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਪਏ ਨੇ ਹਉਮੈ ਰੋਗ ਮਨੁੱਖ ਕੋ ਦੀਨਾ। ਜਿਹੜਾ ਮਨੁੱਖ, ਜਿਹੜਾ ਬੰਦਾ ਆਪਣੇ ਮਨ ਦੇ ਪਿੱਛੇ ਚੱਲਦਾ ਪਿਆ, ਮਨ ਦੇ ਖਿਆਲ, ਮਨ ਦੀ ਸੋਚ ਦੇ ਪਿੱਛੇ ਚੱਲਦਾ ਪਿਆ, ਉਹਦੇ ਅੰਦਰ ਇੱਕ ਚੀਜ਼ ਤੇ ਹੈ ਹੀ ਹੈ, ਉਹ ਕੀ? ਹਾਂ ਖੜੀ ਹੈ। ਹੁਣ ਗੁਰੂ ਸਾਹਿਬ ਨਾਲ ਇਹ ਚੀਜ਼ ਦੇਖਦੇ ਪਏ। ਹੁਣ ਇਸ ਕਰਕੇ ਜੇ ਗੁਰੂ ਸਾਹਿਬ ਕਹਿੰਦੇ ਨਾ ਕਿ ਪ੍ਰੋਬਲਮ ਭਲਿਆ ਪੁਰਖਾ ਤੇਰੇ ਵਿੱਚ ਹੈ, ਫਿਰ ਹੋ ਸਕਦਾ ਮੇਰੇ ਵਰਗੇ ਬੰਦੇ ਨੇ ਬਾਣੀ ਪੜ੍ਹਨੀ ਨਹੀਂ ਸੀ। ਪਰ ਗੁਰੂ ਸਾਹਿਬ ਨੇ ਇੱਕ ਟੈਕਨੀਕ ਯੂਜ਼ ਕੀਤੀ। ਉਹ ਟੈਕਨੀਕ ਕੀ? ਗੱਲ ਆਪਣੇ ਆਪ ਤੇ ਟੁਕਾਈ। ਹੁਣ ਬਾਣੀ ਪੜਨ ਵਾਲਿਆ, ਜਦੋਂ ਤੂੰ ਬਾਣੀ ਪੜੇਂਗਾ ਤੇ ਤੂੰ ਗੱਲ ਆਪਣੇ ਆਪ ਨੂੰ ਟੁਕਾਏ। ਐਗਜ਼ਾਮਪਲ, ਜਦੋਂ ਗੁਰੂ ਸਾਹਿਬ ਕਹਿੰਦੇ ਪਏ ਨੇ ਮੈਂ ਅਵਗੁਣ ਭਰਪੂਰ ਸ਼ਰੀਰ ਹੈ, ਹਾਂ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ। ਹੁਣ ਗੁਰੂ ਸਾਹਿਬ ਜਦੋਂ ਕਹਿੰਦੇ ਪਏ ਨੇ ਮੈਂ ਅਵਗੁਣ ਭਰਪੂਰ ਸ਼ਰੀਰ ਹੈ, ਜਾਂ ਜਦੋਂ ਭਾਈ ਸਾਹਿਬ ਵੀ ਜ਼ਿਕਰ ਕਰਦੇ ਪਏ ਨੇ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ। ਹੁਣ ਸੁਣੋ ਕਿ ਭਾਈ ਸਾਹਿਬ ਦੇ ਅੰਦਰ ਅਵਗੁਣ ਭਰੇ ਪਏ ਨੇ। ਹੁਣ ਇਧਰ ਗੱਲ ਚੱਲਦੀ ਪਈ ਹੈ, ਜਦੋਂ ਤੂੰ ਭਾਈ ਸਾਹਿਬ ਨੂੰ ਪੜ੍ਹਦਾ ਪਿਆ ਜਾਂ ਬਾਣੀ ਪੜ੍ਹਦਾ ਪਿਆ ਕਿ ਮੈਂ ਅਵਗੁਣ ਭਰਪੂਰ ਸ਼ਰੀਰ ਹੈ, ਗੁਰੂ ਸਾਹਿਬ ਫਰਸਟ ਪਰਸਨ ਵਿੱਚ ਉਚਾਰਨ ਕਰਦੇ ਪਏ ਨੇ ਬਾਣੀ ਪੜ੍ਹਨ ਵਾਲਾ ਤੂੰ ਵੀ ਫਰਸਟ ਪਰਸਨ ਤੇ ਟੁਕਾਈ। ਇੱਕ ਬੰਦਾ ਨਾ ਸਕੂਲ ਦੀ ਇਨਸਪੈਕਸ਼ਨ ਤੇ ਗਿਆ, ਹੁਣ ਇਨਸਪੈਕਸ਼ਨ ਤੇ ਗਿਆ ਤੇ ਕਰਦੇ ਕਰਦੇ ਉਹਨੇ ਕਲਾਸ ਦੇ ਵਿੱਚ ਇੱਕ ਸੀਨ ਦੇਖਿਆ ਤੇ ਆ ਕੇ ਉਸਨੇ ਪ੍ਰਿੰਸੀਪਲ ਨੂੰ ਕੰਪਲੇਂਟ ਕੀਤੀ। ਕਹਿੰਦੇ ਕਿ ਤੁਸੀਂ ਬਿਲਕੁਲ ਵੀ ਅੱਛੇ ਨਾ ਟੀਚਰ ਹਾਇਰ ਨਹੀਂ ਕੀਤੇ। ਪ੍ਰਿੰਸੀਪਲ ਕਹਿੰਦੇ ਹੱਦ ਹੋ ਗਈ, ਮੈਂ ਆਪ ਉਹਨਾਂ ਟੀਚਰਸ ਨੂੰ ਸਿਲੈਕਟ ਕੀਤਾ ਹੈ, ਉਹਨਾਂ ਦੀ ਕੁਆਲੀਫਿਕੇਸ਼ਨ ਇਤਨੀ ਅੱਛੀ ਹੈ। ਕਹਿੰਦੇ ਖਾਕ ਅੱਛੀ ਹੈ, ਮੈਂ ਹੁਣੇ ਤੁਹਾਡੇ ਕਲਾਸ ਵਿੱਚ ਦੇਖਿਆ ਇੱਕ ਟੀਚਰ ਨੂੰ ਬੇਸਿਕ ਇੰਗਲਿਸ਼ ਨਹੀਂ ਆਉਂਦੀ। ਕਹਿੰਦੇ ਅੱਛਾ, ਕਹਿੰਦੇ ਹਾਂ ਮੈਨੂੰ ਲੈ ਜਾਓ। ਲੈ ਗਿਆ।
ਹੁਣ ਲੈ ਗਿਆ ਤੇ ਉਹ ਕੀ ਵੇਖਦੇ, ਉਸ ਕਲਾਸ ਦੇ ਵਿੱਚ ਬੱਚੇ ਬੈਠੇ ਹੋਏ ਨੇ ਤੇ ਨਾਲ ਨਾਲ ਟੀਚਰ ਬੋਲਦੀ ਪਈ ਹੈ ਏ ਫॉर ਐਪਲ। ਹੁਣ ਜਦੋਂ ਟੀਚਰ ਬੋਲਦੀ ਪਈ ਹੈ ਏ ਫॉर ਐਪਲ, ਬੱਚੇ ਪਿੱਛੇ ਰਿਪੀਟ ਕਰਦੇ ਨੇ ਏ ਫॉर ਐਪਲ। ਫਿਰ ਟੀਚਰ ਬੋਲਦੀ ਹੈ ਬੀ ਫॉर ਬॉल। ਬੱਚੇ ਬਸ ਇੱਕ ਪਲ ਦੀ ਮੈਂ ਇੱਥੇ ਰੁਕ ਜਾਵਾਂ। ਜਦੋਂ ਸਦੀਆਂ ਤੋਂ ਅਗਰ ਦੱਸਿਆ ਜਾਏ ਨਾ ਏ ਫॉर बॉल, ਏ ਫॉर बॉल, ਏ ਫॉर बॉल, ਹੁਣ ਜਦੋਂ ਅੱਗੇ ਉੱਠ ਕੇ ਅਗਰ ਕੋਈ ਬੰਦਾ ਕਹੇ ਨਾ ਭਲਿਓ ਪੁਰਖੋ ਏ ਫॉर बॉल ਨਹੀਂ ਏ ਫॉर ਐਪਲ, ਦੁਨੀਆ ਨੇ ਉਸ ਬੰਦੇ ਨੂੰ ਕਮਲਾ ਕਹਿਣਾ। ਦੁਨੀਆ ਨੇ ਉਸ ਬੰਦੇ ਦੀ ਵਿਰੋਧਤਾ ਕਰਨੀ ਹੈ, ਭਾਵੇਂ ਏ ਫॉर ਐਪਲ ਠੀਕ ਹੈ, ਪਰ ਕਿਉਂਕਿ ਸਦੀਆਂ ਤੋਂ ਸਾਡੇ ਦਿਮਾਗ ਵਿੱਚ ਪਾਤਾ ਗਿਆ ਏ ਫॉर बॉल, ਏ ਫॉर बॉल ਹੈ। ਹੁਣ ਜਦੋਂ ਕੋਈ ਏ ਫॉर ਐਪਲ ਦੀ ਗੱਲ ਕਰੇਗਾ ਨਾ, ਉਹ ਖਾਜਾ ਬਣੇਗਾ, ਸ਼ਿਕਾਰ ਬਣੇਗਾ। ਅੱਜ ਕਿਧਰ ਨਾ ਕਿਧਰ ਇਹ ਹੋਇਆ, ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਨਾਨਕ ਦੀ ਜਿਹੜੀ ਸੋਚ ਹੈ, ਉਹ ਗੁਰਦੁਆਰਿਆਂ ਦੇ ਵਿੱਚ ਪ੍ਰਸਾਰਿਆ ਨਹੀਂ ਗਈ। ਕਹਾਣੀਆਂ ਸਾਨੂੰ ਜ਼ਰੂਰ ਸੁਣਾਈਆਂ ਗਈਆਂ ਮਲਕ ਭਾਗੋ ਦੀਆਂ ਤੇ ਲਾਲੋ ਦੀਆਂ, ਪਰ ਕਿਧਰ ਨਾ ਕਿਧਰ ਧਾਰਮਿਕ ਸਥਾਨ ਤੇ ਲਾਲੋ ਦੀ ਐਂਟਰੀ ਤੇ ਬੈਨ ਤੇ ਰਾਜ ਕਰਦਾ ਪਿਆ ਮਲਕ ਭਾਗੋ। ਹੁਣ ਜਦੋਂ ਇਹ ਚੀਜ਼ ਕੋਈ ਸਾਹਮਣੇ ਰੱਖੇ ਨਾ ਕਿ ਭਲਿਓ ਪੁਰਖੋ ਕਹਾਣੀ ਤੇ ਲਾਲੋ ਦੀ ਤੇ ਮਲਕ ਭਾਗੋ ਦੀ ਸੁਣਾਉਂਦੇ ਪਿਓ, ਪਰ ਅੱਜ ਲਾਲੋ ਦੀ ਗੱਲ, ਲਾਲੋ ਦੀ ਸੁਣਵਾਈ ਕਿੱਥੇ ਹੈ? ਜਾਂ ਕੇਵਲ ਮਲਕ ਭਾਗੋ ਦੇ ਹੁਕਮਨਾਮੇ ਜਾਰੀ ਹੁੰਦੇ ਪਏ ਨੇ, ਤੇ ਫਿਰ ਉਹ ਬੰਦਾ ਸ਼ਿਕਾਰ ਬਣੇਗਾ। ਕਿਉਂ? ਕਿਉਂਕਿ ਸਦੀਆਂ ਤੋਂ ਸਾਨੂੰ ਏ ਫॉर बॉल ਸਿਖਾਇਆ ਗਿਆ। ਟੀਚਰ ਸਿਖਾਉਂਦੀ ਪਈ ਹੈ ਏ ਫॉर ਐਪਲ, ਬੱਚੇ ਰਿਪੀਟ ਕਰਦੇ ਪਏ ਨੇ ਏ ਫॉर ਐਪਲ। ਉਹ ਜਿਹੜਾ ਇੰਸਪੈਕਟਰ ਸੀ ਉਹ ਪ੍ਰਿੰਸੀਪਲ ਨੂੰ ਕਹਿੰਦੇ ਦੇਖੋ ਤੁਹਾਡੇ ਟੀਚਰ ਨੂੰ ਏ ਫॉर ਐਪਲ ਵੀ ਨਹੀਂ ਆਉਂਦਾ, ਬਾਰ-ਬਾਰ ਏ ਫॉर ਐਪਲ, ਏ ਫॉर ਐਪਲ ਬੋਲਦੀ ਪਈ ਹੈ। ਪ੍ਰਿੰਸੀਪਲ ਕਹਿੰਦੇ ਨੇ ਉਹ ਤੇ ਨਾ ਐਮਏ ਇੰਗਲਿਸ਼ ਹੈ। ਉਹ ਪਤਾ ਏ ਫॉर ਐਪਲ ਕਿਉਂ ਬੋਲਦੀ ਪਈ ਹੈ? ਉਹ ਇਸ ਕਰਕੇ ਬੋਲਦੀ ਪਈ ਹੈ ਕਿ ਜਦੋਂ ਏ ਫॉर ਐਪਲ ਬੋਲ ਕੇ ਉਹਦੇ ਪਿੱਛੇ ਬੱਚੇ ਜਦੋਂ ਏ ਫॉर ਐਪਲ ਰਿਪੀਟ ਕਰਨਗੇ ਨਾ, ਅੱਗੇ ਜਾ ਕੇ ਬੱਚੇ ਉਸ ਲੈਂਗੁਏਜ ਨੂੰ ਸਮਝ ਕੇ ਉਸ ਲੈਂਗੁਏਜ ਦੇ ਵਿੱਚ ਹੋਰ ਲਿਟਰੇਚਰ ਪੜ੍ਹ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ। ਟੀਚਰ ਦਾ ਆਪਣੇ ਆਪ ਤੇ ਟੁਕਾ ਕੇ ਗੱਲ ਕਰਨ ਦਾ ਮਕਸਦ ਸੀ ਕਿ ਜਿਹੜਾ ਸਟੂਡੈਂਟ ਹੈ ਨਾ, ਉਹ ਵੀ ਆਪਣੇ ਆਪ ਤੇ ਟੁਕਾਏ। ਸਾਡੀ ਦੁਕਾਨ ਇੱਥੇ ਖੜੀ ਹੋ ਗਈ ਕਿ ਅਸੀਂ ਬਾਣੀ ਨੂੰ ਆਪਣੇ ਆਪ ਤੇ ਟੁਕਾਣ ਤੇ ਬਿਨਾ ਕੇਵਲ ਇਤਿਹਾਸ ਤੱਕ ਸੀਮਤ ਰੱਖ ਲਿਆ। ਅੱਜ ਦੇ ਸ਼ਬਦ ਵਿੱਚ ਵੀ ਲਫ਼ਜ਼ ਵਰਤਿਆ ਗਿਆ ਅੱਖਰ ਤੇ ਬਾਣੀ, ਬਲਕਿ ਆਰੰਭ ਰਹਾਉ ਦੇ ਵਿੱਚ ਵੀ ਤੇ ਅਖੀਰ ਦੇ ਵਿੱਚ ਵੀ ਇੱਕ ਲਫ਼ਜ਼ ਵਰਤਿਆ ਜਾ ਰਿਹਾ ਜੋ ਹੈ ਅੱਖਰ। ਪਰ ਉਸ ਅੱਖਰ ਨੂੰ ਸਮਝਣਾ ਹੈ ਤੇ ਫਿਰ ਗੁਰੂ ਸਾਹਿਬ ਜਦੋਂ ਰਹਾਉ ਦੀ ਆਰੰਭਤਾ ਕਰਦੇ ਪਏ ਨੇ ਨਾ, ਉਸ ਚੀਜ਼ ਦੇ ਪਰਥਾਏ ਬਿਲਕੁਲ ਕਲੀਅਰ ਹੋ ਜਾਣੇ। ਗੁਰੂ ਸਾਹਿਬ ਕਹਿੰਦੇ ਪਏ ਨੇ ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਨੀ। ਹੁਣ ਅਸਾਂ ਤੁਸਾਂ ਨੇ ਕਈ ਵਾਰੀ ਪੜਿਆ ਹੈ ਜੋ ਮੈਂ ਕੀਆ ਸੋ ਮੈਂ ਪਾਇਆ। ਹੁਣ ਗੱਲ ਬਿਲਕੁਲ ਸਪਸ਼ਟ ਖੜੀ ਹੈ, ਇਹਦਾ ਗੱਲ ਚਲਦੀ ਪਈ ਹੈ। ਗੁਰੂ ਸਾਹਿਬ ਫਰਸਟ ਪਰਸਨ ਵਿੱਚ ਉਚਾਰਨ ਕਰਦੇ ਪਏ ਨੇ, ਪਰ ਬਾਣੀ ਪੜਨ ਸੁਣਨ ਵਾਲਿਆ ਹੁਣ ਤੂੰ ਆਪਣੇ ਆਪ ਤੇ ਟੁਕਾਈ ਕਿ ਮੈਂ ਆਪਣੇ ਕੰਮਾਂ ਕਰਕੇ ਭਰਮ ਦੇ ਵਿੱਚ ਪਈਆਂ। ਹੁਣ ਤੂੰ ਕਿਧਰ ਨਾ ਕਿਸੇ ਸਿਚੁਏਸ਼ਨ ਨੂੰ ਬਲੇਮ ਕਰਨਾ ਛੱਡ ਦੇ। ਹੁਣ ਜਦੋਂ ਤੂੰ ਆਪਣੇ ਆਪ ਤੇ ਲੈ ਕੇ ਆਏਗਾ ਤੇ ਅੱਗੇ ਇੱਕ ਲਫ਼ਜ਼ ਆ ਗਿਆ ਮੈਂ ਆਪੇ ਕੀਤਾ ਕੀ ਹੈ, ਭਰਮ ਦੇ ਵਿੱਚ ਭੁੱਲ ਗਈ ਹਾਂ। ਹਾਂ ਆਪੇ ਭਰਮ ਭੁਲਾਨੀ। ਇੱਕ ਚੀਜ਼ ਚੇਤਾ ਰੱਖਿਓ, ਜੰਤੂ ਬੰਦਾ ਭਰਮ ਦੇ ਵਿੱਚ ਹੋਏ ਨਾ, ਭਰਮ ਅਧਰਮ ਨਾਲੋਂ ਜ਼ਿਆਦਾ ਖਤਰਨਾਕ ਹੈ। ਜਦੋਂ ਬੰਦਾ ਕਹੇ ਕਿ ਮੈਂ ਬਾਹਰਲੇ ਤੌਰ ਤੇ ਜੋ ਦੁਨੀਆ ਧਰਮ ਦੀ ਪਰਿਭਾਸ਼ਾ ਦੱਸਦੀ ਪਈ ਹੈ ਉਸ ਤੋਂ ਮੁਨਕਰ ਹਾਂ, ਉਸ ਤੋਂ ਮੁਨਕਰ ਹੋ ਸਕਦਾ ਹੈ, ਪਰ ਜਿਹੜੀ ਧਰਮ ਦੀ ਪਰਿਭਾਸ਼ਾ ਗੁਰੂ ਕਹਿੰਦਾ ਪਿਆ ਮਨੁੱਖੀ ਫਰਜ਼ਾਂ ਦੀ ਪਹਿਚਾਨ, ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਕੁਦਰਤੀ ਨਿਯਮ, ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਜਿਹੜਾ ਬੰਦਾ ਕਰੀ ਜਾ ਰਿਹਾ ਹੈ ਅਧਰਮ ਤੇ ਮੰਨਦਾ ਪਿਆ ਕਿ ਮੈਂ ਧਰਮ ਹੈ, ਉਹ ਬੰਦਾ ਬੜਾ ਖਤਰਨਾਕ ਹੈ ਆਪਣੇ ਲਈ ਤੇ ਸਮਾਜ ਲਈ ਵੀ। ਪਰ ਅਧਰਮ ਬਹੁਤ ਵੱਡਾ ਖਤਰਾ ਸੀ। ਪਰ ਗੁਰੂ ਸਾਹਿਬ ਧਰਮ ਦੇ ਨਾਲ ਇੱਕ ਲਫ਼ਜ਼ ਵਰਤੇ ਪਏ ਨੇ ਭਰਮ। ਭਰਮ ਕੀ ਹੈ? ਧਰਮ ਸਪਸ਼ਟ ਹੈ ਮਨੁੱਖੀ ਫਰਜ਼ਾਂ ਦੀ ਪਹਿਚਾਨ। ਅਧਰਮ ਹੋ ਗਿਆ ਜਿਹੜੀ ਚੀਜ਼ ਮਨੁੱਖੀ ਫਰਜ਼ਾਂ ਦੀ ਪਹਿਚਾਨ ਤੋਂ ਬਾਹਰ ਹੈ। ਅਸੀਂ ਇਸ ਚੀਜ਼ ਨੂੰ ਰਿਚੁਅਲਸ ਤੇ ਲੈ ਕੇ ਖੜੇ ਹੋਏ ਆ, ਪਰ ਜਦੋਂ ਸਿੰਪਲ ਲੌਜਿਕ ਨਾਲ ਗੱਲ ਕਰਾਂਗੇ, ਧਰਮ ਹੈ ਜਦੋਂ ਮਨੁੱਖੀ ਫਰਜ਼ਾਂ ਦੀ ਪਹਿਚਾਨ। ਅਧਰਮ ਹੋ ਗਿਆ ਜਿਹੜੀ ਚੀਜ਼ ਵੀ ਫਰਜ਼ਾਂ ਤੋਂ ਪਰੇ ਦੀ ਗੱਲ ਹੈ। ਭਰਮ ਕੀ ਹੈ? गुरु ग्रंथ साहब की बानी बिल्कुल स्पष्ट कर दी है। माधवे क्या कहिए, भ्रम ऐसा जैसा मानिए होए ना तैसा। ਜਿਹੋ ਜਿਹਾ ਕਿਸੇ ਚੀਜ਼ ਨੂੰ, ਕਿਸੇ ਬੰਦੇ ਨੂੰ, ਕਿਸੇ ਸਿਚੁਏਸ਼ਨ ਨੂੰ ਮੰਨ ਲਿਆ ਜਾਏ, ਉਹ ਨਾ ਹੋ ਕੇ ਕੁਝ ਹੋਰ ਹੈ, ਉਸ ਨੂੰ ਕਹਿੰਦੇ ਨੇ ਭਰਮ। ਮਾਧਵੇ
क्या कहिए भ्रम ऐसा, जैसा मानिए होए ना तैसा, जेहो जा मन लिया जाए तेहो जा ना हो के कुछ होर है, उसनों कहंदे पए ने भरम। एग्जाम्पल बड़ियां प्यारियां दित्तियां ने भगत साहब ने। भगत साहब कहंदे ने नरपत एक सिंहासन सोया, सुपने पया भिखारी, अछत राज बिछरत दुख पाया, सो गत पई। हमारी एग्जाम्पल दित्ती कि राजे दी, राजा सुत्ता पिया, सुत्ते हुए ਉਹਨੂੰ ਇੱਕ ਸੁਪਨਾ ਆਇਆ ਕਿ ਉਹਦਾ ਰਾਜ ਚਲਾ ਗਿਆ, भिखारी बन गए। है राजा ही ਸੁੱਤਾ ਪਿਆ ਆਪਣੇ ਥਰੋਨ ਤੇ, ਰਾਜ ਭਾਗ ਉਹਦੇ ਕੋਲ ਹੈ, ਪਰ ਇੱਕ ਸੁਪਨਾ ਆਇਆ ਕਿ ਉਹਦਾ ਰਾਜ ਚਲਾ ਗਿਆ, ਉਹ ਇੱਕ ਭਿਖਾਰੀ ਬਣ ਗਿਆ। ਉਹਦਾ ਸੁਪਨਾ, ਉਹਦਾ ਭਰਮ ਉਹਦੇ ਲਈ ਇੱਕ ਟੈਨਸ਼ਨ ਦਾ ਕਾਰਨ ਬਣ ਗਿਆ। ਅੱਗੇ एग्जाम्पल ਹੋਰ ਦਿੰਦੇ ਨੇ, ਰਾਜ ਪੁਯੰਗ ਪ੍ਰਸੰਗ ਜੈਸੇ हैं, अब कछ मर्म जनाया। एग्जाम्पल ਦਿੱਤੀ ਸੱਪ ਦਿੱਤੀ ਰੱਸੀ ਦੀ। ਹਨੇਰੇ ਦੇ ਵਿੱਚ ਦੂਰ ਪਈ ਰੱਸੀ ਮਨੁੱਖ ਨੂੰ ਸੱਪ ਨਜ਼ਰ ਆਈ, ਰੋਲਾ ਪਾਤਾ, ਹਾਏ ਘਰ ਵਿੱਚ ਸੱਪ ਆ ਗਿਆ। ਕਿਸੇ ਸਿਆਣੇ ਨੇ ਕਿਹਾ ਇੱਕ ਵਾਰੀ ਭਲਿਓ ਪੁਰਖੋ ਲਾਈਟ ਆਨ ਕਰੋ। ਲਾਈਟ ਆਨ ਕੀਤੀ, ਪਤਾ ਲੱਗਿਆ ਜਿਸ ਚੀਜ਼ ਤੋਂ ਅਸੀਂ ਡਰੀ ਬੈਠੇ ਸੀ ਉਹ ਸੱਪ ਨਹੀਂ ਸੀ, ਉਹ ਸੀ ਰੱਸੀ। ਪਰ ਇੱਕ ਚੀਜ਼ ਚੇਤਾ ਰੱਖਿਓ, ਹੋਏ ਰੱਸੀ ਮਨੁੱਖ ਸੱਪ ਸਮਝੀ ਬੈਠੇ, ਆਪਣਾ ਟਾਈਮ ਵੇਸਟ ਕਰਦਾ ਪਿਆ, ਡਰਿਆ ਪਿਆ। ਪਰ ਉਲਟਾ ਵੀ ਹੋ ਸਕਦਾ ਸੀ, ਹੋਵੇ ਸੱਪ, ਬੰਦਾ ਸਮਝਾ ਜਾਏ ਕਿ ਇਹ ਰੱਸੀ ਹੈ, ਆਪਣੀ ਜਾਨ ਤੋਂ ਹੱਥ ਗਵਾ ਸਕਦਾ। ਪਰ ਪਤਾ ਕਦੋਂ ਲੱਗਿਆ ਕਿ ਸੱਪ ਹੈ ਕਿ ਰੱਸੀ? ਜਦੋਂ ਲਾਈਟ ਆਨ ਕੀਤੀ। ਮਤਲਬ ਜਦ ਤੱਕ ਮਨੁੱਖ ਦੇ ਜੀਵਨ ਦੇ ਵਿੱਚ ਹਨੇਰਾ ਹੈ, ਤਦ ਤੱਕ ਮਨੁੱਖ ਭਰਮ ਦੇ ਵਿੱਚ ਰਹੇਗਾ, ਤਦ ਤੱਕ ਉਹ ਡਿਫਰੈਂਸ਼ੀਏਟ ਨਹੀਂ ਕਰ ਪਾਏਗਾ ਕਿ ਸੱਪ ਹੈ ਕਿ ਰੱਸੀ। ਹੁਣ ਸੱਪ ਤੇ ਰੱਸੀ ਦਾ ਪਰਖ ਕਰਨਾ ਤੇ ਮਨੁੱਖ ਨੂੰ ਜੀਵਨ ਦੇ ਵਿੱਚ ਚਾਹੀਦੀ ਹੈ ਰੋਸ਼ਨੀ। ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ ਅੰਧਕਾਰ ਸੁਖ ਕਵੇ ਨਾ ਸੋਈਏ, ਰਾਜਾ ਰੰਕ ਦੋ ਮਿਲ ਰੋਈਏ। ਜਦੋਂ ਗਿਆਨ ਦਾ ਮਨੁੱਖ ਦੇ ਜੀਵਨ ਦੇ ਵਿੱਚ ਚਾਨਣ ਨਾ ਹੋਏ, ਅੰਧਕਾਰ ਦੇ ਵਿੱਚ ਜੀ ਰਿਹਾ ਹੋਏ, ਤੇ ਭਾਵੇਂ ਜੋ ਮਰਜ਼ੀ ਹੋਏ, ਹੁਣ ਉਸ ਬੰਦੇ ਨੇ ਰੋਣਾ ਹੀ ਰੋਣਾ। ਹੁਣ ਉਸ ਸ਼ਬਦ ਦੇ ਅਖੀਰ ਵਿੱਚ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਜਿਹੜਾ ਭਰਮ, ਉਹ ਇੱਕ ਰੱਬ ਨੂੰ ਵੱਖ ਜਗ੍ਹਾ ਤੇ ਬਣ ਕੇ ਬੈਠਾ ਹੈ, ਆਪਣੇ ਆਪ ਨੂੰ ਕਿਸੇ ਹੋਰ ਜਗ੍ਹਾ ਤੇ ਬੈਠਾ ਹੈ। ਹੁਣ ਉਸ ਸ਼ਬਦ ਦੇ ਅਖੀਰ ਵਿੱਚ ਭਗਤ ਸਾਹਿਬ ਇੱਕ ਚੀਜ਼ ਬਿਲਕੁਲ ਸਪਸ਼ਟ ਕਰਦੇ ਨੇ, ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਹੁਣ ਉੱਥੇ ਜਾ ਕੇ ਤੁਸੀਂ ਬਾਅਦ ਵਿੱਚ ਚੈੱਕ ਕਰਨਾ, ਭੁਗਵੇ ਤੇ ਔਂਕੜ ਵੀ ਲੱਗਿਆ ਹੋਏਗਾ ਤੇ ਹੋੜਾ ਵੀ ਲੱਗਿਆ ਹੋਏਗਾ। ਹੁਣ ਇਹ ਗੁਰਬਾਣੀ ਦੇ ਵਿੱਚ ਅਨੇਕ ਥਾਵਾਂ ਤੇ, ਇਹ ਖਾਸ ਕਰਕੇ ਜਿਵੇਂ ਗੋਪਾਲ, ਉੱਥੇ ਗੱਗੇ ਤੇ ਕਈ ਜਗ੍ਹਾ ਤੇ ਔਂਕੜ ਵੀ ਲੱਗਿਆ ਮਿਲੇਗਾ ਤੇ ਹੋੜਾ ਵੀ ਲੱਗਿਆ ਮਿਲੇਗਾ। ਹੁਣ ਉਹ ਕਿਉਂ ਵਾਪਰਿਆ? ਬਾਣੀ ਕਾਵ ਰੂਪ ਦੇ ਵਿੱਚ ਹੈ। ਹੁਣ ਜਦੋਂ ਵੀ ਮਾਤਰਾ ਨੂੰ ਘਟਾਣਾ ਹੋਏ, ਉਸ ਜਗ੍ਹਾ ਤੇ ਅਸਲ ਲਫ਼ਜ਼ ਅਗਰ ਹੋੜੇ ਨਾਲ ਹੋਏ, ਨਾਲ ਔਂਕੜ ਪਾ ਦਿੱਤਾ ਜਾਂਦਾ। ਜਦੋਂ ਵੀ ਮਾਤਰਾ ਨੂੰ ਵਧਾਣਾ ਹੋਏ, ਔਂਕੜ ਹੈ ਨਾਲ ਹੋੜਾ ਪਾ ਦਿੱਤਾ ਜਾਂਦਾ। ਹੁਣ ਇਹ ਕਿਉਂ ਕੀਤਾ ਜਾ ਰਿਹਾ? ਕਾਵ ਰੂਪ ਲਈ। ਹੁਣ ਇਸ ਕਰਕੇ ਬੜਾ ਹੀ ਕਾਮਨ ਸੈਂਸ ਦਾ ਪੁਆਇੰਟ ਕਿ ਜਦੋਂ ਕਾਵ ਰੂਪ ਲਈ ਕੋਈ ਚੀਜ਼ ਕੀਤੀ ਜਾ ਰਹੀ ਹੈ ਤੇ ਫਿਰ ਉਚਾਰਨ ਕਿਹੜਾ ਹੋਣਾ ਚਾਹੀਦਾ? ਜਿਹੜੀ ਚੀਜ਼ ਕਾਵ ਰੂਪ ਲਈ ਕੀਤੀ ਜਾ ਰਹੀ ਹੈ। ਮਤਲਬ ਜੇ ਅਸਲ ਵਰਡ ਗੋਪਾਲ ਹੈ, ਉੱਥੇ ਔਂਕੜ ਲੱਗਦਾ ਪਿਆ ਤੇ ਉੱਥੇ ਉਚਾਰਨ ਕੀ ਹੋ ਜਾਏਗਾ? ਗੋਪਾਲ। ਹੁਣ ਅਸਲ ਵਰਡ ਹੈ ਭੋਗਵੇ, ਹੁਣ ਇਸ ਜਗ੍ਹਾ ਤੇ ਨਾਲ ਔਂਕੜ ਲਾਇਆ ਜਾ ਰਿਹਾ, ਉਚਾਰਨ ਕੀ ਬਣ ਜਾਏਗਾ? ਭੁਗਵੇ। ਭਗਤ ਸਾਹਿਬ ਕਹਿੰਦੇ ਪਏ ਨੇ ਸਰਬੈ ਏਕ ਅਨੇਕੇ ਸੁਆਮੀ, ਸਭ ਘਟ ਭੁਗਵੇ ਸੋਈ, ਕਹਿ ਰਵਿਦਾਸ ਹੱਥ ਪੈ ਨੇੜੇ। ਹੁਣ ਇੰਨਾ ਨੇੜੇ ਕਰ ਦਿੱਤਾ ਕਿ ਤੂੰ ਮਨੁੱਖ ਸਮਝਦਾ ਨਾ ਕਿ ਹੱਥ ਤੇਰੇ ਬੜੇ ਕਰੀਬ ਨੇ, ਬੜੇ ਕੋਲ ਨੇ, ਉਸ ਤੋਂ ਵੀ ਨੇੜੇ ਕਰ ਦਿੱਤਾ। ਕਹਿ ਰਵਿਦਾਸ ਹਾਥ ਪਹਿਨੇਰੇ ਸਹਿਜੇ ਹੋਏ ਸੋ ਹੋਈ। ਹੁਣ ਉਹ ਇਤਨਾ ਨੇੜੇ ਕਰ ਦਿੱਤਾ, ਪਰ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਭਰਮ ਐਸੇ ਕਿ ਰੱਬ ਨੂੰ ਇੱਕ ਵੱਖਰੀ ਐਂਟੀਟੀ ਬਣਾ ਕੇ ਕਿਸੇ ਇੱਕ ਸਤਵੇਂ ਅਸਮਾਨ ਤੇ ਬਿਠਾਤਾ। ਇਹ ਨਾ ਸਮਝ ਸਕਿਆ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਇਹ ਸਮਝ ਨਾ ਸਕਿਆ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ ਨਾ ਸਮਝ ਸਕਿਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿ ਨਹੀਂਆਂ, ਭੇਦ ਨਾ ਜਾਣੋ ਮੂਲ ਸਾਈਂ ਜਹੀਆਂ। ਜਦੋਂ ਉਹਨੂੰ ਸਮਝ ਆ ਗਿਆ ਕਿ ਸਮੁੰਦਰ ਦੀ ਲਹਿਰ ਤੇ ਸਮੁੰਦਰ ਵੱਖਰੇ ਵੱਖਰੇ ਨਹੀਂ, ਜਦੋਂ ਸਮਝ ਆ ਗਿਆ ਕਿ ਸੂਰਜ ਦੀ ਕਿਰਨ ਤੇ ਸੂਰਜ ਵੱਖਰੇ ਵੱਖਰੇ ਨਹੀਂ, ਜਦੋਂ ਹਰ ਚੀਜ਼ ਪਰਫੈਕਟ ਨਿਯਮ ਦੇ ਅਨੁਸਾਰ ਚਲਦੀ ਪਈ ਹੈ, ਉਹ ਰੱਬੀ ਗੁਣ ਰੱਬੀ ਨਿਯਮ ਦੇ ਅਨੁਸਾਰ ਚਲਦੀ ਪਈ ਹੈ, ਤਾਂ ਆਪਣੇ ਮੰਜ਼ਿਲ ਤੱਕ ਪਹੁੰਚੇਗੀ। ਜਦੋਂ ਮੈਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋ ਕੇ ਹਰ ਚੀਜ਼ ਪਰਫੈਕਟ ਕਰਨੀ ਸ਼ੁਰੂ ਕਰ ਦਿੱਤੀ, ਮੈਂ ਹਰਜਨ ਬਣਨਾ ਸ਼ੁਰੂ ਹੋ ਜਾਵਾਂਗਾ। ਪਰ ਇਹ ਭਰਮ ਸੀ। ਇਸ ਭਰਮ ਦੇ ਕਾਰਨ ਕੀ ਹੋਇਆ? ਇਸ ਭਰਮ ਦੇ ਕਾਰਨ ਇੱਕ ਚੀਜ਼ ਆ ਗਈ, ਭੁੱਲ। ਮੇਰੇ ਸਾਹਿਬਾ, ਹੋ ਆਪੇ ਭਰਮ ਭੁਲਾਨੀ।
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਥਾਂ ਨਹੀਂ ਅਨੇਕ ਥਾਵਾਂ ਤੇ ਭਰਮ ਤੇ ਭੁੱਲ ਇਹ ਦੋਵੇਂ ਲਫ਼ਜ਼ ਇਕੱਠੇ ਆਏ। ਦੂਰ ਕਿੱਥੇ ਜਾਣਾ? ਗੁਰੂ ਨਾਨਕ ਸਾਹਿਬ ਦਾ 12ਵਾਂ ਭਾਦੋਂ ਭਰਮ ਭੁੱਲੀ ਪਰ ਜੋਬਨ ਪਛਤਾਨੀ, ਭਰਮ ਦੇ ਨਾਲ ਲਫ਼ਜ਼ ਵਰਤਿਆ, ਭੁੱਲੀ। ਹੋਰ ਦੂਰ ਕਿਉਂ ਜਾਣਾ? ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਭਾਦੋਂ ਭਰਮ ਭੁੱਲੀ। ਗੁਰੂ ਅਰਜਨ ਸਾਹਿਬ ਮਾਜਰਾ ਵਿੱਚ ਕੀ ਕਹਿੰਦੇ ਪਏ ਨੇ? ਭਾ ਦੋਏ ਭਰਮ, ਫਿਰ ਲਫ਼ਜ਼ ਆ ਗਿਆ ਭੁਲਾਨੀਆਂ। ਬਲਕਿ ਗੁਰੂ ਸਾਹਿਬ ਨੇ ਇੱਥੇ ਤੱਕ ਸਪਸ਼ਟ ਕਰ ਦਿੱਤਾ ਭੁਲਾਵਣਾ, ਭੁੱਲੀ, ਭੁੱਲ, ਭੁੱਲ, ਪਛੋਤਾਨੀ। ਹੁਣ ਭਰਮ ਦੇ ਕਾਰਨ ਮਨੁੱਖ ਭੁੱਲਦਾ ਪਿਆ। ਕਿਉਂ? ਕਿਉਂਕਿ ਮਨੁੱਖ ਦੀ ਬਿਰਤੀ ਦੇ ਵਿੱਚ ਆ ਗਈ ਹੈ ਨਕਲ। ਭਰਮ ਹੈ ਨਾ ਕਿ ਮੈਂ ਧਰਮ ਦਾ ਕੰਮ ਕਰਦਾ ਪਿਆ, ਭਰਮ ਹੈ ਨਾ ਮੈਂ ਯਾਤਰਾਵਾਂ ਤੇ ਜਾ ਰਿਹਾ, ਭਰਮ ਹੈ ਨਾ ਮੈਂ ਨਗਰ ਕੀਰਤਨ ਤੇ ਟਾਈਮ ਸਪੈਂਡ ਕਰਦਾ ਪਿਆ, ਭਰਮ ਹੈ ਨਾ ਕਿ ਮੈਂ ਦੇਖੋ ਬੜਾ ਹੀ ਇੰਟੈਲੈਕਚੁਅਲ ਗੱਲਾਂ ਕਰਦਾ ਪਿਆ, ਭਰਮ ਹੈ ਨਾ ਕਿ ਘੱਟ ਨੇ ਧਰਮ ਸਥਾਨ ਪਰ ਮੈਂ ਹੋਰ ਧਰਮ ਸਥਾਨ ਬਣਾਣੇ ਨੇ, ਭਰਮ ਹੈ ਨਾ ਕਿ ਜੋ ਧਰਮੀ ਆਗੂ ਕਹਿੰਦਾ ਪਿਆ ਉਹ ਸੱਚ, ਭਰਮ ਹੈ ਨਾ ਕਿ ਗੁਰੂ ਦਾ ਉਹ ਕੁਦਰਤੀ ਨਿਯਮ ਦਾ ਹੁਕਮਨਾਮਾ ਨਹੀਂ ਮੰਨ ਕੇ ਜਥੇਦਾਰਾਂ ਦਾ ਹੁਕਮਨਾਮਾ ਮੰਨਣਾ ਹੈ। ਹੁਣ ਉਹ ਭਰਮ ਦੇ ਵਿੱਚ ਬੰਦਾ ਬੈਠਾ ਪਿਆ ਨਾ, ਆਜ਼ਾਦ ਨਹੀਂ ਹੋ ਪਾ ਰਿਹਾ। ਹੁਣ ਉਸ ਭਰਮ ਦੇ ਕਾਰਨ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਉਹ ਕਰਦਾ ਪਿਆ, ਉਸਨੂੰ ਕਹਿੰਦੇ ਨੇ ਨਕਲ। ਤੇ ਇੱਕ ਚੀਜ਼ ਚੇਤਾ ਰੱਖਿਓ, ਨਕਲ ਅਕਲ ਦੀ ਵੈਰਨ, ਨਕਲ ਅਕਲ ਦੀ ਵੈਰਨ। ਜਦ ਤੱਕ ਮਨੁੱਖ ਨਕਲ ਦੇ ਵਿੱਚ ਰਹੇਗਾ ਨਾ ਤਦ ਤੱਕ ਮਨੁੱਖ ਪਤਾ ਕੀ ਕਰੇਗਾ, ਉਹਨੂੰ ਨਾ ਸਮੂਹ, ਉਹਨੂੰ ਇਕੱਠ, ਉਹਨੂੰ ਭੀੜ ਚੰਗੀ ਲੱਗੇਗੀ, ਉਹਨੂੰ ਸ਼ੋ ਆਫ ਚੰਗਾ ਲੱਗੇਗਾ। ਸੋਸ਼ਲ ਮੀਡੀਆ ਦਾ ਖੇਲ ਕੀ ਹੈ? ਲਾਈਕਸ ਅਟਰੈਕਟ ਕਰਨਾ, ਸਬਸਕ੍ਰਾਈਬਰਸ ਅਟਰੈਕਟ ਕਰਨਾ, ਭੀੜ ਇਕੱਠੀ ਕਰਨਾ। ਮਨੁੱਖ ਭਾਵੇਂ ਜੱਜ ਦੀ ਗੱਲ ਕਰ ਰਿਹਾ ਹੋਏ ਨਾ ਕਰ ਰਿਹਾ ਹੋਏ, ਉਹਨੂੰ ਭੀੜ ਇਕੱਠੀ ਕਰਨੀ ਹੈ। ਕਪੂਰ ਇੱਕ ਥਿੰਗ ਬੜੀ ਪਿਆਰੀ ਲਿਖਦਾ ਹੈ, ਕਪੂਰ ਲਿਖਦਾ ਹੈ ਕਿ ਵਿਕਾਸ ਵਿਅਕਤੀ ਦੇ ਵਿੱਚ ਵਾਪਰਦਾ, ਵਿਕਾਸ ਵਿਅਕਤੀ ਦੇ ਵਿੱਚ ਵਾਪਰਦਾ ਹੈ, ਸਮੂਹ ਵਿਕਾਸ ਦਾ ਵਿਰੋਧੀ ਹੈ। ਰਿਪੀਟ ਕਰੋ, ਵਿਕਾਸ ਵਿਅਕਤੀ ਦੇ ਵਿੱਚ ਵਾਪਰਦਾ ਹੈ। ਹੁਣ ਜਦੋਂ ਵਿਅਕਤੀ ਦੇ ਵਿੱਚ ਵਾਪਰੇਗਾ ਮਤਲਬ ਬੰਦਾ ਉੱਥੇ ਕੀ ਵਰਤ ਰਿਹਾ ਹੋਏਗਾ? ਅਕਲ। ਤਾਂ ਗੁਰੂ ਕਹਿੰਦਾ ਪਿਆ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁਝੀਏ, ਅਕਲੀ ਕੀਚੇ ਦਾਨ। ਪਰ ਕਪੂਰ ਅੱਗੇ ਕੀ ਲਿਖਦਾ? ਵਿਕਾਸ ਵਿਅਕਤੀ ਦੇ ਵਿੱਚ ਵਾਪਰਦਾ ਹੈ, ਪਰ ਇੱਕ ਚੀਜ਼ ਹੋਰ ਬਿਲਕੁਲ ਸਪਸ਼ਟ ਹੈ, ਸਮੂਹ ਵਿਕਾਸ ਦਾ ਵਿਰੋਧੀ ਹੈ। ਸਮੂਹ ਦੇ ਵਿੱਚ ਕੀ ਹੈ? ਨਕਲ। ਹੁਣ ਸਮੂਹ ਦੇ ਵਿੱਚ ਆ ਕੇ ਜੋ ਬੰਦਾ ਕੰਮ ਕਰਦਾ ਪਿਆ ਨਾ, ਉਹਦੀ ਹਾਲਤ ਪਤਾ ਕੀ ਹੈ? ਸਾਲਾਂ ਤੋਂ ਅਗਰ ਕੋਈ ਚੀਜ਼ ਇੱਕ ਤਰੀਕੇ ਨਾਲ ਕਰ ਰਿਹਾ ਹੈ, ਕਰਦਾ ਪਿਆ, ਹੁਣ ਉਹਦਾ ਸਹੀ ਆਊਟਪੁੱਟ ਨਹੀਂ ਆ ਰਿਹਾ, ਸਿਆਣਾ ਬੰਦਾ ਕੀ ਕਰੇਗਾ? ਉਸਨੂੰ ਛੱਡ ਦੇਗਾ। ਪਰ ਜਿਹੜਾ ਬੰਦਾ ਦਿਖਾਵੇ ਤੇ ਖੜਾ ਹੋਏਗਾ, ਨਕਲ ਤੇ ਖੜਾ ਹੋਏਗਾ, ਸਹੀ ਆਊਟਪੁੱਟ ਨਹੀਂ ਆ ਰਿਹਾ, ਫਿਰ ਵੀ ਪਤਾ ਕੀ ਕਰੇਗਾ? ਉਸੇ ਕੰਮ ਨੂੰ ਕਰੀ ਜਾਏਗਾ। ਇਸ ਨੂੰ ਪਤਾ ਕੀ ਕਹਿੰਦੇ ਨੇ? ਦੋ ਬੰਦੇ ਖੜੇ ਸੀ, ਇੱਕ ਬੰਦਾ ਦੂਜੇ ਬੰਦੇ ਨੂੰ ਕਹਿੰਦਾ ਹੈ ये जो कुत्ते की पूंछ है ना, ये टेढ़ी मेरे को अच्छी नहीं लग रही, इस पूंछ ਨੂੰ ਨਾ ਸਿੱਧਾ ਕੀਤਾ ਜਾਏ। ਉਹ ਕਹਿੰਦਾ ਕੀ ਕੀਤਾ ਜਾਏ? ਉਹ ਇੱਕ ਪਾਈਪ ਲੈ ਆਇਆ, ਵਿਚਾਰੇ ਕੁੱਤੇ ਨੂੰ ਵੀ ਪਰੇਸ਼ਾਨ ਕੀਤਾ। ਉਸ ਪਾਈਪ ਦੇ ਵਿੱਚ ਕੁੱਤੇ ਦੀ ਪੂੰਛ ਪਾ ਦਿੱਤੀ। ਹਫ਼ਤੇ ਬਾਅਦ ਉਹ ਪਾਈਪ ਕੱਢੀ ਕਿ ਕੁੱਤੇ ਦੀ ਪੂੰਛ ਨੇ ਸਿੱਧਾ ਹੋਣਾ? ਬਿਲਕੁਲ ਵੀ ਨਹੀਂ। ਬੰਦਾ ਕਹਿੰਦਾ ਹੱਦ ਹੋ ਗਈ ਯਾਰ, ਕੀ ਕਰੀਏ? ਉਹ ਕਹਿੰਦਾ ਤਾਂ ਹੀ ਤਾਂ ਇੱਕ ਕਹਾਵਤ ਵੀ ਹੈ, ਕੁੱਤੇ की दुम कभी सीधी नहीं होती। कहते हम तो करके ही रहेंगे जो मर्जी हो। कहते हफ्ता कुत्ते ਨੂੰ ਪਰੇਸ਼ਾਨ ਕੀਤਾ, ਆਓ ਮਹੀਨਾ ਪਰੇਸ਼ਾਨ ਕਰੀਏ। ਉਹ ਪਾਈਪ ਲਈ ਕੁੱਤੇ ਦੀ ਦੁਮ ਉਹਦੇ ਅੰਦਰ ਪਾਈ, ਕਹਿੰਦੇ ਮਹੀਨੇ ਵਿੱਚ ਤੇ ਅਕੜ ਕੇ ਸਿੱਧੀ ਹੋਈ ਜਾ। ਮਹੀਨੇ ਉਹਦੇ ਵਿੱਚ ਰੱਖੀ, ਫਿਰ ਪਾਈਪ ਕੱਢੀ, ਨਤੀਜਾ ਕੀ ਨਿਕਲਿਆ? ਤੇੜੀ ਦੀ ਤੇੜੀ। ਹੁਣ ਕੀ ਇਹ ਕਹਾਣੀ ਕੁੱਤੇ ਦੀ ਦੁਮ ਦੀ ਚਲਦੀ ਪਈ ਹੈ। ਗੁਰੂ ਸਾਹਿਬ ਕੋਲੋਂ ਪੁੱਛੀ, ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਇਹ ਸਮਝ ਲਓ ਕਿ ਮੈਂ ਐਗਜ਼ਾਮਪਲ ਬਣਾਉਂਦਾ ਪਿਆ, ਮੈਂ ਐਗਜ਼ਾਮਪਲ ਹੀ ਬਣਾਉਂਦਾ ਪਿਆ। ਔਖਾ ਹੋਣਾ ਹੈ ਤੇ ਮੇਰੇ ਤੇ ਨਾ ਹੋਣਾ। ਗੁਰਬਾਣੀ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖੀ, ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਆਪਣਾ ਆਪ ਤੂੰ ਕਦੇ ਨਾ ਛੋੜਸ। ਜਦੋਂ ਆਰੰਭ ਕੀਤਾ ਨਾ ਅਸੀਂ ਆਪਣੇ ਆਪ ਤੇ ਖੜੇ ਆ, ਆਪਣੀ ਮੱਤ ਤੇ ਖੜੇ ਆ। ਹੁਣ ਇਹਨਾਂ ਚੀਜ਼ਾਂ ਨੂੰ ਪਕੜ ਕੇ ਰੱਖਣਾ, ਤਾਂ ਹੀ ਅਸੀਂ ਅੱਖਰ ਨੂੰ ਸਮਝ ਪਾਵਾਂਗੇ। ਗੁਰੂ ਸਾਹਿਬ ਕਹਿੰਦੇ ਪਏ ਨੇ ਆਪਣਾ ਆਪ
तू कभे ना छोड़स। गुरु साहब उस बिरती नु क्या कहोगे, उस सोच नु क्या कहोगे, उस जीवन नु क्या कहोगे? गुरु साहब कहते ने अपना आप तू कभे ना छोड़स, स्वान पूंछ ज्यों रे। ओ भलिया पुरखा, तेरी हालत पता है एक कुत्ते दी दुम वांग हो गई है। तू जो सदियां तू गलत काम करदा आ रहा है वो छड्डन नु तैयार नहीं हो रहा। तेरी हालत एक कुत्ते दी दुम वांग हो गई, तो सिद्धि हो ही नहीं रही। बस ओदा इक्को एक जरिया, जे तू अपना आप नु छड्डन लई तैयार हो जाए, ओदे लई मनना पएगा अज तक मैं आप अपने कम्मा करके भरम दे विच सी ते भरम दे करके भुल्ली होई सी। गुरु साहब कहंदे पए ने मेरे साहिबा हों आपे भरम भुलानी। हुण जदों यह पता लग्या अपने कम्मा करके भरम दे विच सी, भरम दे कारण भुल्ली पई सी, नतीजा की निकलिया? अखर लिखे सही गावां अवर न जाना बानी। लफ्ज आया अखर ते लफ्ज आया बानी। शब्द दे अंत विच भी आएगा, जे तू पढ़िया पंडित बीना उत्थे फिर आएगा दोए अखर, दोए नामा। अखर की है? मनुख दी किरत, मनुखी सोच। बानी की है? विचारधारा। सौखे ढंग नाल समझिए। गुरु साहब दी एक बड़ी ही प्यारी एग्जाम्पल देके गुरु साहब समझाते ने, करनी कागद मन मसवाणी, बुरा भला दोए लेख पए। करनी कागद, ए जो मेरा किरदार है मानो एक पेपर है। ਇਹ ਜਿਹੜਾ ਮਨ ਹੈ ਜਿਸਨੂੰ ਕਹਿੰਦੇ ਨੇ ਵਿਚਾਰਾਂ ਦਾ ਸੰਗ੍ਰਹਿ, ਉਸਨੂੰ ਕਹਿੰਦੇ ਨੇ ਮਸਵਾਣੀ। ਮਸ ਕਹਿੰਦੇ ਨੇ ਸ਼ਾਈ ਨੂੰ, ਮਸਵਾਣੀ ਕਹਿੰਦੇ ਨੇ ਸ਼ਾਈ ਦੀ ਦਵਾਤ ਨੂੰ। ਪੁਰਾਣੇ ਸਮਿਆਂ ਅੰਦਰ ਲਿਖਣ ਦੇ ਜ਼ਰੀਏ ਜ਼ਿਆਦਾਤਰ ਕੀ ਹੁੰਦੇ ਸੀ? ਪੈਨ ਲਿਆ, ਸ਼ਾਈ ਦੀ ਦਵਾਤ ਵਿੱਚ ਪਾਇਆ, ਫਿਰ ਲਿਖਿਆ ਗਿਆ। ਹੁਣ ਇੱਕ ਚੀਜ਼ ਨੋਟ ਕਰਿਓ, ਜੇ ਸ਼ਾਈ ਅੱਛੀ ਹੈ ਪੇਪਰ ਤੇ ਅੱਛਾ ਲਿਖਿਆ ਜਾਏਗਾ। ਜੇ ਸ਼ਾਈ ਚੰਗੀ ਨਹੀਂ ਹੈ, ਉਹਦੀ ਪ੍ਰੋਪੋਰਸ਼ਨ ਚੰਗੀ ਨਹੀਂ ਹੈ, ਰੰਗ ਚੰਗਾ ਨਹੀਂ ਹੈ, ਕਿ ਪੇਪਰ ਤੇ ਚੰਗੇ ਅੱਖਰ ਲਿਖੇ ਜਾਣਗੇ? ਬਿਲਕੁਲ नहीं। बड़ी सौखी एग्जाम्पल। हुण गुरु साहब उस एग्जाम्पल नूं साडे जीवन ते टुका के मैनूं तुहानूं समझांदे पए ने। करनी कागद, मेरा जिहड़ा किरदार है वो एक कागज है। कागज दे उत्ते की कीता जांदा है? लिखिया जांदा है। करनी कागद मन मसवाणी, मेरा जिहड़ा मन, मेरा विचारा दा संग्रह है, यह मसवाणी है, दवात। पर अगे किहो जाए? बुरा भला दोए लेख पए। हुण उहदे अंदर जे अगर बुरी भैड़ी शाई होएगी ते मेरे किरदार रूपी आचरण रूपी पेपर दे उत्ते भैड़े बोल लिखे जाणगे। जे चंगी शाई होएगी मेरे आचरण रूपी पेपर ते चंगे बोल लिखे जाणगे। मतलब जो मेरे अज तक दे कीते हुए संस्कार सी, उस अनुसार जो मैं कम करांगा वो मेरी सोच नूं होर पक्का कर दे। जे मैं चंगी सोच लैके जिंदगी जींदा पिया, ਉਹ ਮੇਰੇ ਕਰਨੀ ਰੂਪੀ ਕਾਗਜ਼ ਦੇ ਉੱਤੇ ਜਿਹੜਾ ਇੱਕ ਕਿਰਦਾਰ ਬਣਾਉਂਦੇ ਪਏ ਨੇ, ਉਹ ਸੋਹਣਾ ਪੇਪਰ ਬਣਦਾ ਪਿਆ, ਤੇ ਉਹ ਅੱਗੇ ਜਾ ਕੇ ਜੋ ਮੈਨੂੰ ਕੰਮ ਕਰਨ ਲਈ ਪ੍ਰੇਰਦੇ ਪਏ ਨੇ ਉਹ ਵੀ ਚੰਗਾ। ਕਰਨੀ ਕਾਗਦ ਮਨ ਮਸਵਾਣੀ, बुरा भला दोए लेख पे ज्यों ज्यों किरत चलाए। हुण इधर की कहंदे पे ने, जिवें जिवें तेरे संस्कार तेनू प्रेरणगे। स्पष्ट होंदा पिया सी ना, करनी कागड़ दी गल चलदी पई सी, मन दी गल चलदी पई सी, ते की कहंदे पे ने, ज्यों ज्यों किरत चलाए, जिवें जिवें तेरे संस्कार तेनू प्रेरणगे, ज्यों ज्यों किरत चलाए त्यों चलिए। जिवें जिवें तेरे संस्कार तेनू प्रेरणगे तिवें तिवें तू काम करेगा। तौगुन नाही अंत हरे। इसीलिए ते क्या सी, चित चेतस की नहीं बावरिया। हे चित तू चेते क्यों नहीं करदा? हे कमलिया तू चेते क्यों नहीं करदा? नतीजा पता है की निकलिया, चित चेतस की नहीं बावरिया, हर बिसरत तेरे गुण गलिया। होर नुकता स्पष्ट हो गया, भुलेखा ना रह गई। गुरु अंगद साहब का मेरा ख्याल श्लोक है बड़ा प्यारा। गुरु साहब कहते पे ने, नक नथ खसम हथ किरत धक्के दे। हुण इधर स्पष्ट हो गया सी, करनी कागज मन मसवाणी, बुरा भला दोए लेख पे, ज्यों ज्यों किरत चलाए। जिवें जिवें उधर लफ्ज आया सी किरत, जिवें जिवें मेरे संस्कार मैनू प्रेरदे पे ने त्यों चलिए, तिवें तिवें मैं काम करदा पिया। हुण इधर की आ रहा है, नक नथ खसम हथ किरत धक्के दे, जहां दाने तहां खाने,
ਨਾਨਕਾ ਸੱਚ ਹੈ। ਹੁਣ ਇਹਦੇ ਲਈ ਨਾ ਇੱਕ ਪ੍ਰਚਲਿਤ ਕਰਤਾ ਗਿਆ, ਮਨੁੱਖ ਦੀ ਜਿਹੜੀ ਕਿਰਤ ਹੁੰਦੀ ਹੈ ਮਨੁੱਖ ਨੂੰ ਧੱਕੇ ਦਿੰਦੀ ਹੈ। ਹੁਣ ਜਿਸ ਜਗ੍ਹਾ ਤੇ ਜਿੱਧਰ ਦਾ ਦਾਣਾ ਪਾਣੀ ਮਨੁੱਖ ਉਧਰ ਚਲਾ ਗਿਆ। ਹੁਣ ਇਹ ਕਹਿਤਾ ਗਿਆ ਕਿ ਦੇਖੋ ਉਹ ਬੰਦੇ ਨੇ ਚੋਰੀ ਕੀਤੀ, ਹੁਣ ਜੋ ਰੱਬ ਨੇ ਚਾਹਿਆ ਉਹਨੇ ਕਰਤਾ, ਮਤਲਬ ਅਸੀਂ ਬੰਦੇ ਨੂੰ ਤੇ ਆਜ਼ਾਦ ਕਰਤਾ ਨਾ ਉਹਦੇ ਕੰਮਾਂ ਚੋਂ। ਸਮਝਣਾ ਪਏਗਾ ਕੀ ਚੱਲਦਾ ਪਿਆ। ਨੱਕ ਨੱਥ ਵੈਸੇ ਨਾ, ਜੇ ਇਸੀ ਸ਼ਲੋਕ ਦੇ ਨਾਲ ਜਿਹੜੀ ਪੌੜੀ ਹੈ, ਉਸ ਪੌੜੀ ਨੂੰ ਜੇ ਅਗਰ ਧਿਆਨ ਨਾਲ ਵੇਖ ਲਿਆ ਹੁੰਦਾ, ਉਸ ਪੌੜੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਪਏ ਨੇ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਅਨ, ਨਾਨਕ ਭਗਤਾ ਸਦਾ ਆਨੰਦ, ਪਾਓ ਦੂਜਾ ਜਾਲਿਓਨ। ਹੁਣ ਉੱਥੇ ਵੀ ਆ ਗਿਆ ਪਾਓ ਦੂਜੇ ਦੀ ਗੱਲ। ਕੀ ਹੈ ਨੱਕ ਨੱਥ? ਸੌਖੇ ਢੰਗ ਨਾਲ ਸਮਝੀਏ। ਜਿਹੜਾ ਇੱਕ ਪਸ਼ੂ ਹੁੰਦਾ ਨਾ, ਜਾਨਵਰ, ਉਹ ਨਾ ਨੱਕ ਦੀ ਪੀੜਾ ਬਹੁਤ ਮਹਿਸੂਸ ਕਰਦਾ। ਇਸ ਕਰਕੇ ਜਦੋਂ ਪਸ਼ੂ ਨੂੰ ਵੀ ਕੰਟਰੋਲ ਵਿੱਚ ਕਰਕੇ ਰੱਖਣਾ ਹੋਏ ਨਾ, ਉਹਦੇ ਨੱਕ ਦੇ ਵਿੱਚ ਨਕੇਲ ਪਾਈ ਜਾਂਦੀ ਹੈ, ਇੱਕ ਰੱਸੀ ਨੂੰ ਬੰਨ੍ਹ ਕੇ ਰੱਖਿਆ ਜਾਂਦਾ ਹੈ। ਹੁਣ ਉਹਦੇ ਸਾਹਮਣੇ ਖੁਰਲੀ ਜਿਹਦੇ ਅੰਦਰ ਘਾਹ ਪਾਤਾ ਗਿਆ, ਉਹਦੇ ਖਾਣ ਲਈ ਚੀਜ਼ਾਂ ਪਾਤੀਆਂ ਗਈਆਂ। ਹੁਣ ਉਹਦੇ ਕੋਲ ਇੰਨੀ ਛੂਟ ਤੇ ਹੈ ਕਿ ਜੋ ਆਪਣੀ ਖੁਰਲੀ ਦੇ ਵਿੱਚ ਮੂੰਹ ਪਾਏਗਾ, ਆਪਣਾ ਭੋਜਨ ਖਾਣ ਜਾਏਗਾ, ਉਹ ਖਾ ਸਕਦਾ। ਪਰ ਕਿਉਂਕਿ ਉਹ ਬਣਿਆ ਪਿਆ, ਹੁਣ ਉਹਦੀ ਨਜ਼ਰ ਕੀ ਹੈ, ਉਹਦੇ ਨਾਲ ਜਿਹੜਾ ਪਸ਼ੂ ਹੈ ਉਹਦੇ ਸਾਹਮਣੇ ਕੀ ਘਾਹ ਪਿਆ ਹੋਇਆ। ਹੁਣ ਜਦੋਂ ਉਧਰ ਮੂੰਹ ਮਾਰਨ ਜਾਏਗਾ ਕੀ ਹੋਏਗਾ? ਨੱਕ ਬਣਿਆ ਪਿਆ ਸੀ, ਨੱਕ ਤੋਂ ਖੂਨ ਆਣਾ ਸ਼ੁਰੂ ਹੋ ਜਾਏਗਾ, ਪੀੜਾ ਮਹਿਸੂਸ ਕਰੇਗਾ। ਇਸ ਕਰਕੇ ਗੁਰੂ ਸਾਹਿਬ ਸਮਝਾਉਂਦੇ ਪਏ ਨੇ, ਭਲਿਆ ਪੁਰਖਾ, ਜਦ ਤੱਕ ਤੂੰ ਆਪਣੇ ਘਰ ਤੱਕ, ਆਪਣੇ ਜੀਵਨ ਤੱਕ ਸੀਮਤ ਹੈ, ਤੈਨੂੰ ਪੀੜਾ ਨਹੀਂ ਹੋਣੀ। ਪਰ ਜਦ ਤੂੰ ਬਾਹਰ ਮੂੰਹ ਮਾਰੇਗਾ ਨਾ, ਜਦੋਂ ਤੂੰ ਬਿਨਾਂ ਮਤਲਬ ਦੁਨੀਆ ਦੇ ਵਿੱਚ ਇੰਟਰਫੇਅਰ ਕਰੇਗਾ, ਚੇਤਾ ਰੱਖੀ ਪੀੜਾ ਹੋਏਗੀ। ਨੱਕ ਨੱਥ ਖਸਮ ਹੱਥ, ਖਸਮ ਕੀ ਹੈ? ਸਤ ਸਭਨਾ ਦਾ ਖਸਮ ਹੈ। ਹੁਣ ਮੇਰਾ ਮਨ ਜਿਹੜਾ ਹੈ, ਜੇ ਉਹ ਕੰਟਰੋਲ ਦੇ ਵਿੱਚ ਰਿਹਾ, ਜੀਵਨ ਚੋਂ ਖੂਨ ਨਹੀਂ ਆਣਾ। ਪਰ ਜੇ ਮੇਰਾ ਮਨ ਬਾਹਰ ਚਲਾ ਗਿਆ, ਨਤੀਜਾ ਕੀ ਨਿਕਲਣਾ? ਪੀੜਾ, ਦਰਦ, ਖੂਨ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਪਰ ਕਿਰਤ ਕੀ ਹੈ? ਮੇਰਾ ਸੁਭਾਅ। ਉਹ ਮੇਰਾ ਸੁਭਾਅ ਮੈਨੂੰ ਧੱਕੇ ਦਿੰਦਾ ਪਿਆ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ। ਹੁਣ ਉਹ ਸੁਭਾਅ ਦੇ ਕਾਰਨ ਹੀ ਤੇ ਮੈਂ ਮਨ ਦੇ ਪਿੱਛੇ ਚੱਲਦਾ ਪਿਆ, ਜਿਸ ਨੂੰ ਕਹਿੰਦੇ ਪਏ ਨੇ ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਝਗੜਾ ਕਰਦਿਆਂ ਅਨ ਦਿਨ ਗੁਦਰੇ, ਸ਼ਬਦ ਨਾ ਕਰੇ ਵਿਚਾਰ। ਨਤੀਜਾ ਕੀ ਨਿਕਲਿਆ? ਸੁਧ ਮਤ ਕਰਤੇ ਸਭ। ਉਹ ਭਲਿਓ ਪੁਰਖੋ, ਰੱਬ ਸੁਧ ਨਹੀਂ ਲੈ ਲੈਂਦਾ, ਰੱਬ ਹੋਸ਼ ਖਰਾਬ ਨਹੀਂ ਕਰ ਦਿੰਦਾ। ਇੱਥੇ ਕੀ ਟੌਪਿਕ ਚੱਲਦਾ ਪਿਆ? ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਬੰਦਾ ਹੈ, ਮਨਮੁਖ ਮੂਲੋਂ ਭੁੱਲਿਆ, ਉਹ ਅਸਲੀਅਤ ਤੋਂ ਦੂਰ ਹੋ ਗਿਆ। ਕਿਉਂ? ਕਿਉਂਕਿ ਉਹਦੇ ਅੰਦਰ ਕੀ ਹੈ? ਵਿੱਚ ਲੱਭ ਲੋਭ ਅਹੰਕਾਰ। ਜੀਵਨ ਕਿਵੇਂ ਪ੍ਰਤੀਤ ਕਰਦਾ ਪਿਆ? ਝਗੜਾ ਕਰਦਿਆਂ ਅਨ ਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ। ਨਤੀਜਾ ਕੀ ਨਿਕਲਿਆ? ਇਹ ਕੁਦਰਤ ਦਾ ਨਿਯਮ ਹੈ, ਜਿਹੜਾ ਮਨ ਦੇ ਪਿੱਛੇ ਚੱਲਦਾ ਪਿਆ ਹੈ, ਜਿਹੜਾ ਮੂਲ ਅਸਲੀਅਤ ਤੋਂ ਟੁੱਟ ਚੁੱਕਿਆ ਹੈ, ਜਿਹਦੇ ਅੰਦਰ ਲੱਭ ਲੋਭ ਅਹੰਕਾਰ ਹੈ। ਇਹ ਇੱਕ ਕੁਦਰਤ ਦਾ ਨਿਯਮ ਹੈ। ਸੁਧ ਮਤ ਕਰਤੇ ਸਭ ਹਿੰਦ ਲਈ, ਇਹ ਕੁਦਰਤ ਦਾ ਨਿਯਮ ਹੈ। ਇਹ ਮੇਰਾ ਮਨ ਜੋ ਉਸ ਵਕਤ ਕਰਤਾ ਬਣ ਗਿਆ ਹੈ, ਇਹ ਮੈਨੂੰ ਅਕਲ ਵਾਲੇ ਕੰਮ ਨਹੀਂ ਕਰਨ ਦੇਗਾ। ਕੋਈ ਬਾਹਰਲਾ ਰੱਬ ਸਾਡੇ ਹੋਸ਼ ਨਹੀਂ ਲੈ ਰਿਹਾ, ਬਾਹਰਲਾ ਰੱਬ ਸਾਨੂੰ ਗਲਤ ਥਾਂ ਤੇ ਨਹੀਂ ਪਾ ਰਿਹਾ। ਮੈਂ ਆਪ ਗਲਤ ਥਾਂ ਤੇ ਚੱਲਦਾ ਪਿਆ ਹਾਂ, ਜਿਸ ਨੂੰ ਕਹਿੰਦੇ ਪਏ ਨੇ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਨੀ। ਨਤੀਜਾ ਕੀ ਨਿਕਲਿਆ? ਅੱਖਰ ਕੀ ਹੈ? ਮਨੁੱਖੀ ਕਿਰਤ। ਅੱਖਰ ਕੀ ਹੈ? ਮਨੁੱਖ ਦੇ ਅੱਜ ਤੱਕ ਦੇ ਕੀਤੇ ਹੋਏ ਸੋਚ। ਹੁਣ ਜਿਵੇਂ ਜਿਵੇਂ ਆਪਣੀ ਮਤ ਤਿਆਰ ਹੋਈ ਜਾ ਰਹੀ ਹੈ, ਅੱਖਰ ਲਿਖੇ ਸਹੀ ਗਾਵਾਂ, ਮੈਂ ਉਸੇ ਟਿਊਨ ਤੇ ਚੱਲਦਾ ਪਿਆ ਹਾਂ, ਉਹੀ ਕੰਮ ਕਰਦਾ ਪਿਆ ਹਾਂ। ਕਰਨੀ ਕਾਗਜ਼ ਮਨ ਮਸਵਾਣੀ ਹੋ ਰਹੀ ਹੈ। ਕਲੀਅਰ ਹੋਇਆ? ਅੱਖਰ ਲਿਖੇ, ਜਿਹੜੀ ਮੇਰੀ ਮਤ ਅੱਜ ਤੱਕ ਬਣੀ ਹੈ, ਸੰਸਕਾਰ ਬਣੇ ਹਨ, ਜੇ ਮੈਂ ਅੱਜ ਤੱਕ ਦੀ ਚੰਗੀ ਸ਼ਾਈ ਜਾਂ ਮਾੜੀ ਸ਼ਾਈ ਇਕੱਠੀ ਕੀਤੀ ਹੈ, ਸਹੀ ਗਾਵਾਂ, ਉਸੇ ਟਿਊਨ ਦੇ ਅਨੁਸਾਰ ਮੈਂ ਆਪਣੀ ਜ਼ਿੰਦਗੀ ਜੀਂਦਾ ਪਿਆ ਹਾਂ। ਭਾਵ ਉਸ ਅਨੁਸਾਰ ਮੈਂ ਕੰਮ ਕਰਦਾ ਪਿਆ। ਪਰ ਉਹ ਕੰਮ ਕਰਦੇ ਕਰਦੇ ਮੇਰੇ ਅਕਲ ਤੇ ਇਤਨਾ ਜੰਗਾਲ ਲੱਗ ਚੁੱਕਿਆ ਹੈ, ਇਤਨੇ ਤਾਲੇ ਲੱਗ ਚੁੱਕੇ ਨੇ ਕਿ ਮੈਂ ਕੋਈ ਨਵੀਂ ਸੋਚ ਐਕਸੈਪਟ ਨਹੀਂ ਕਰ ਪਾ ਰਿਹਾ, ਜਿਸ ਨੂੰ ਕੀ ਕਹਿੰਦੇ ਪਏ ਨੇ? ਅਵਰ ਨਾ ਜਾਣਾ ਬਾਣੀ। ਹੋਰ ਕੋਈ ਵਿਚਾਰਧਾਰਾ, ਹੋਰ ਕੋਈ ਗੱਲ, ਹੋਰ ਕੋਈ ਚੰਗੀ ਸੋਚ ਮੇਰਾ ਮਨ ਐਕਸੈਪਟ ਹੀ ਨਹੀਂ ਕਰ ਪਾ ਰਿਹਾ। ਸੋ ਰਹਾਓ ਕੀ ਨਿਕਲਿਆ ਮੇਰੇ ਸਾਹਿਬਾ? ਹੋਂ ਆਪੇ ਭਰਮ ਭੁਲਾਨੀ,
ਆਪਣੇ ਕੀਤੇ ਕੰਮਾਂ ਦੇ ਕਾਰਨ ਮੈਂ ਭਰਮ ਦੇ ਵਿੱਚ ਪਈ ਹਾਂ, ਭਰਮ ਦੇ ਵਿੱਚ ਪੈਣ ਕਰਕੇ ਮੈਂ ਭੁੱਲ ਗਈ ਹਾਂ। ਹੁਣ ਉਹ ਕਿਉਂ ਵਾਪਰਿਆ? ਕਿਉਂਕਿ ਅੱਖਰ ਲਿਖੇ ਜੋ ਮੈਂ ਅੱਜ ਤੱਕ ਦੀ ਸੋਚ ਇਕੱਠੀ ਕੀਤੀ ਸੀ, ਸਹੀ ਗਾਵਾਂ ਮੈਂ ਉਸੇ ਅਨੁਸਾਰ ਆਪਣੀ ਜ਼ਿੰਦਗੀ ਜੀਂਦਾ ਪਿਆ। ਅਵਰ ਨਾ ਜਾਣਾ ਬਾਨੀ, ਹੋਰ ਕੋਈ ਸੋਚ ਮੈਨੂੰ ਚੰਗੀ ਨਹੀਂ ਲੱਗਦੀ ਪਈ। ਹੁਣ ਟੌਪਿਕ ਕਲੀਅਰ ਹੋ ਗਿਆ। ਹੁਣ ਦੇਖੋ ਕੱਲਾ ਕੱਲਾ ਬੰਦ ਕਿਵੇਂ ਇਸ ਟੌਪਿਕ ਤੇ ਰਹਿ ਕੇ ਹੀ ਸਾਨੂੰ ਸਮਝ ਆਏਗਾ। ਗੁਰੂ ਸਾਹਿਬ ਕਹਿੰਦੇ ਪਏ ਨੇ, ਸਾ ਹੋਰੜੀ ਵਥ ਸਭ ਕਿਛ ਸਾਂਝੀ, ਪੇਵ ਕੜੈ ਧਨ ਵਖੇ। ਪੇਕਾ ਘਰ ਕੀ ਹੈ? ਜਦੋਂ ਜਿਸ ਜਗ੍ਹਾ ਤੇ ਪਤੀ ਨਹੀਂ ਰਹਿੰਦਾ। ਸਹੁਰਾ ਘਰ ਕਿਹੜਾ? ਜਿਸ ਜਗ੍ਹਾ ਤੇ ਪਤੀ ਰਹਿੰਦਾ। ਹੁਣ ਪਤੀ ਕੀ ਹੈ? सच सबना का खसम है, जग में पुरख एक है, होर सगली नाल सुआई। हुण गुरु साहब समझाते पे ने कि वो एक खसम, वो सच हर मनुख के अंदर है। बट अंदर बैठे सच नाल, अंदर बैठे पति नाल मिलाप क्यों नहीं हो रहा? क्योंकि हाँ हाँ पीत पयो है बीचो, विच एक पर्दा आ गया, कंध आ गई हाँ दी। ਹੁਣ ਜਦੋਂ ਉਹ ਪਤੀ ਤੋਂ ਬੰਦਾ, ਉਸ ਸੱਚ ਤੋਂ ਬੰਦਾ ਇੱਕ ਦੂਰ ਹੋ ਗਿਆ, ਇੱਕ ਜੀਵ ਇਸਤਰੀ ਦੂਰ ਹੋ ਗਈ, ਉਹਦੀ ਹਾਲਤ ਕਿਹੜੀ ਹੈ? ਪੇਵ ਕੜੈ ਧਨ ਵਖੇ। ਹੁਣ ਜਦੋਂ ਬੰਦਾ ਸੱਚ ਤੋਂ ਖੁੰਝਿਆ ਹੋਇਆ ਹੈ, ਦੂਰ ਹੈ, ਪੇਕੇ ਘਰ ਦੇ ਵਿੱਚ ਹੈ। ਹੁਣ ਪੇਕੇ ਘਰ ਦੇ ਵਿੱਚ ਮਨੁੱਖ ਦੀ ਸੋਚ ਕੀ ਹੁੰਦੀ ਹੈ? ਪੇਕੇ ਘਰ ਦੇ ਵਿੱਚ ਮਨੁੱਖ ਦੀ ਸੋਚ ਹੁੰਦੀ ਹੈ, ਇਹ ਚੀਜ਼ ਵੀ ਮੇਰੀ, ਇਹ ਚੀਜ਼ ਵੀ ਮੇਰੀ। ਹਰ ਚੀਜ਼ ਤੇ ਉਹ ਇੱਕ ਆਪਣਾ ਦਾਵਾ ਕਰਦਾ ਹੈ। ਪਰ ਸਹੁਰੇ ਘਰ ਦੇ ਵਿੱਚ ਜਦੋਂ ਜਾਂਦੀ ਹੈ ਇੱਕ ਜੀਵ ਇਸਤਰੀ, ਉਧਰ ਦੇ ਨਿਯਮ ਕੀ ਹੁੰਦਾ ਹੈ? ਹਰ ਚੀਜ਼ ਸਾਂਝੀ ਹੁੰਦੀ ਹੈ। ਉਧਰ ਦੇ ਜੋ ਪਹਿਲੇ ਦੇ ਨਿਯਮ ਹੁੰਦੇ ਨੇ ਉਸ ਅਨੁਸਾਰ, ਚਲੋ ਇੱਕ ਪਲ ਲਈ ਰੁਕੀਏ, ਹੋਰ ਸੌਖੇ ਢੰਗ ਨਾਲ ਸਮਝੀਏ। ਪੁਰਾਣੇ ਸਮਿਆਂ ਅੰਦਰ ਨਾ ਕੁਝ ਰਿਵਾਜ ਹੁੰਦੇ ਸੀ ਜਿਨ੍ਹਾਂ ਦੇ ਕਾਰਨ ਅੱਛੇ ਹੁੰਦੇ ਸੀ। ਸਾਡਾ ਦੁਖਾਂਤ ਹੈ ਵਾਪਰਿਆ, ਸੀ ਕਾਰਨ ਨੂੰ ਨਹੀਂ ਸਮਝੇ, ਅਸੀਂ ਬਸ ਬਿਨਾਂ ਮਤਲਬ ਵਹਿਮਾਂ ਤੱਕ ਖੜੇ ਰਹੇ। ਪੁਰਾਣੇ ਸਮੇਂ ਅੰਦਰ ਇੱਕ ਰਿਵਾਜ ਹੋਇਆ ਕਰਦਾ ਸੀ, ਜਦੋਂ ਵੀ ਕਿਸੇ ਲੜਕੀ ਦਾ ਵਿਆਹ ਹੋ, ਉਹ ਵਿਆਹ ਕਰਕੇ ਜਦੋਂ ਜਿਸ ਘਰ ਦੇ ਵਿੱਚ ਜਾਏ, ਉਹਨੂੰ ਸਟਾਰਟਿੰਗ ਦੇ ਕੁਝ ਇੱਕ ਹਫਤਾ 2 ਹਫਤਾ ਕਿਚਨ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀ। ਹੁਣ ਉਹਦਾ ਕਾਰਨ ਕੀ ਸੀ? ਹੁਣ ਉਹਦਾ ਕਾਰਨ ਇਹ ਸੀ ਕਿ ਜਿਸ ਘਰ ਤੋਂ ਉਹ ਆਈ ਹੈ, ਉਸ ਘਰ ਦੇ ਵਿੱਚ ਨਮਕ ਕਿੰਨਾ ਪਾਣਾ ਹੈ ਉਹ ਵੱਖਰਾ, ਮਿਰਚ ਕਿੰਨੀ ਖਾਣੀ ਹੈ ਉਹ ਵੱਖਰੀ, ਮਿੱਠਾ ਕਿੰਨਾ ਖਾਣਾ ਹੈ ਉਹ ਵੱਖਰਾ। ਹੁਣ ਜਿਸ ਜਗ੍ਹਾ ਤੇ ਆਈਏ ਉਸ ਘਰ ਦੇ ਵਿੱਚ 2 ਬੰਦੇ 4 ਬੰਦੇ 6 ਬੰਦੇ ਰਹਿੰਦੇ ਪਏ ਨੇ। ਹੁਣ ਉਹ ਸਦੀਆਂ ਤੋਂ ਇੱਕ ਸਿਸਟਮ ਨੂੰ ਫੋਲੋ ਕਰਦੇ ਪਏ ਨੇ। ਉਹਨਾਂ ਦਾ ਲੂਣ ਮਿਰਚ ਵੱਖਰਾ, ਉਹਨਾਂ ਦੀ ਚੀਨੀ ਵੱਖਰੀ। ਹੁਣ ਅਗਰ ਉਹ ਵਾਲਾ ਸਿਸਟਮ ਇਸ ਘਰ ਦੇ ਵਿੱਚ ਅਗਰ ਇੰਪਲੀਮੈਂਟ ਕਰੇਗੀ, ਥੋੜੀ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ ਪਹਿਲੇ 1-2 ਹਫ਼ਤੇ ਕੀ ਕੀਤਾ ਜਾਂਦਾ ਸੀ, ਤੂੰ ਕਿਚਨ ਵਿੱਚ ਐਂਟਰ ਕਰਨਾ ਕਰ ਲੈ, ਤੂੰ ਕੁਝ ਬਣਾਈ ਨਾ। ਕਿਉਂ ਨਾ ਬਣਾਈ? ਤੂੰ ਆਬਜ਼ਰਵ ਕਰ। ਆਬਜ਼ਰਵ ਕਰਕੇ ਤੈਨੂੰ ਪਤਾ ਲੱਗੇਗਾ ਕਿ ਇਸ ਘਰ ਦੇ ਸਿਸਟਮ ਕੀ ਨੇ, ਇਸ ਘਰ ਦੇ ਵਿੱਚ ਕਿੰਨਾ ਲੂਣ ਪਾਇਆ ਜਾਂਦਾ ਹੈ, ਕਿੰਨੀ ਮਿਰਚ ਖਾਈ ਜਾਂਦੀ ਹੈ, ਕਿੰਨੀ ਕੁ ਸ਼ੱਕਰ ਪਾਈ ਜਾਂਦੀ ਹੈ, ਤਾਂ ਕਿ ਤੈਨੂੰ ਪਤਾ ਲੱਗ ਜਾਏਗਾ ਕਿ ਇਸ ਘਰ ਦੇ ਨਿਯਮ ਕੀ ਨੇ। ਫਿਰ ਜਦੋਂ ਤੂੰ ਬਣਾਏਂਗੀ, ਤੂੰ ਇਸ ਘਰ ਦੇ ਨਿਯਮ ਦੇ ਅਨੁਸਾਰ ਬਣਾਏਂਗੀ। ਉਸ ਘਰ ਦੇ ਬੰਦਿਆਂ ਨੂੰ ਚੀਜ਼ ਪਦਾਰਥ ਬੜੇ ਸੋਹਣੇ ਲੱਗਣੇ ਨੇ, ਚੰਗੇ ਲੱਗਣੇ ਨੇ। ਪਰ ਅਸੀਂ ਪਤਾ ਕੀ ਕੀਤਾ? ਸਾਹੁਰੜੀ ਵਤ ਸਭ ਕੁਝ ਸਾਂਝੀ, ਪੇਵ ਕੜੈ ਧਨ ਵਖੇ। ਜਦੋਂ ਮਨੁੱਖ ਪੇਕੇ ਘਰ ਦੇ ਵਿੱਚ ਜੀਵ ਇਸਤਰੀ ਸੀ, ਉਹ ਦਾਅਵੇ ਕਰਦੀ ਸੀ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ। ਪਰ ਜਦੋਂ ਸਹੁਰੇ ਘਰ ਦੇ ਵਿੱਚ ਪਹੁੰਚੀ, ਹਰ ਚੀਜ਼ ਸਾਂਝੀ ਹੋ ਗਈ। ਜਦੋਂ ਮਨੁੱਖ ਪੇਕੇ ਘਰ ਦੇ ਵਿੱਚ ਹੈ, ਭਾਵ ਜਦੋਂ ਮਨੁੱਖ ਸੱਚ ਤੋਂ ਦੂਰ ਹੈ, ਭਾਵ ਜਦੋਂ ਜੀਵ ਇਸਤਰੀ ਦਾ ਪਤੀ ਪ੍ਰਭੂ ਨਾਲ ਮਿਲਾਪ ਨਹੀਂ ਹੋਇਆ, ਉਹ ਹਰ ਚੀਜ਼ ਨੂੰ ਮੇਰੀ ਮੇਰੀ ਕਰਕੇ ਖੜਾ ਹੋਇਆ ਹੈ। ਪਰ ਜਦੋਂ ਜੀਵ ਇਸਤਰੀ ਦਾ ਮਿਲਾਪ ਸੱਚ ਨਾਲ ਹੋ ਗਿਆ, ਉਸਨੂੰ ਸਹੁਰੇ ਸਮਝ ਆ ਗਿਆ, ਸਹੁਰਾ ਘਰ ਸਮਝ ਆ ਗਿਆ, ਪਤੀ ਪ੍ਰਭੂ ਨਾਲ ਵਿਲਾਪ ਹੋ ਗਿਆ, ਤੇ ਸਾਹੁਰੜੀ ਵਤ ਸਭ ਕੁਝ ਸਾਂਝੀ। ਤੈਨੂੰ ਪਤਾ ਲੱਗ ਜਾਏਗਾ ਕੁਦਰਤੀ ਨਿਯਮ ਹਰ ਮਨੁੱਖ ਲਈ ਸਾਂਝਾ ਹੈ। ਹਰ ਮਨੁੱਖ ਲਈ ਉਹ ਲਾਅ ਆਫ ਨੇਚਰ ਹਰ ਬੰਦੇ ਤੇ ਇਕੁਅਲੀ ਇੰਪਲੀਮੈਂਟ ਹੁੰਦਾ ਹੈ। ਅੱਜ ਤੱਕ ਪੇਕੇ ਘਰ ਦੇ ਵਿੱਚ ਮੈਂ ਗਲਤ ਲੂਣ, ਗਲਤ ਚੀਨੀ ਅਗਰ ਪਾਉਂਦੀ ਆ ਰਹੀ ਸੀ, ਜੇ ਮੈਂ ਹੁਣ ਪਤੀ ਪ੍ਰਭੂ ਨੂੰ ਰਿਝਾਣਾ ਹੈ ਤੇ ਪਤੀ ਪ੍ਰਭੂ ਦਾ ਜਿਹੜਾ ਨਿਯਮ ਹੈ, ਉਧਰ ਦਾ ਜਿਹੜਾ ਲੂਣ ਮਿਰਚ ਹੈ, ਮੈਂ ਉਸ ਅਨੁਸਾਰ ਖਾਣਾ ਬਣਾਉਣਾ ਹੈ। ਜਦੋਂ ਉਹ ਚੀਜ਼ ਐਕਸੈਪਟ ਕਰ ਲਈ ਹੋਏਗਾ ਕਿ ਉਸ ਜੀਵ ਇਸਤਰੀ ਦਾ ਉਸ ਪਤੀ ਪ੍ਰਭੂ ਨਾਲ ਮਿਲਾਪ। ਹੁਣ ਵਤ ਕੀ ਹੈ? ਫਰੀਦ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਨਾ, ਫਰੀਦਾ ਸੋਈ ਸਰਵਰ ਢੂੰਡ ਲੋ। ਪਰ ਲੱਭ ਲੈਣਾ ਉਹ ਸਰੋਵਰ, ਪਤਾ ਕੀ ਮਿਲੂਗਾ?
फरीदा सोई सरवर ढूंढ लो, जिथों लब्बी वथ, छप्पर ढूंढे क्या होवे, किचर डुबे हथ। जे तू सरवर विच जाएगा उत्थे तेनू कीमती कीमती हीरे मोती मिलणगे। जे तू उस गुरबानी नू समझेगा तेनू उत्थे जीवन जीन लई ओ कीमती कीमती हीरे पदार्थ मिलेंगे। जे तू छप्पड़ विच ही हथ पाएगा ते होएगा कि छप्पर ढूंढे क्या होवे, किचर डुबे हथ। ओ किचर दे विच तेरे हथ खराब ही होने ने, इस करके किचर दे विच ना रहे, छप्पड़ दे विच ना रहे, सरोवर दे विच जा। ताई तां गुरबानी दे विच स्पष्ट कीता सी, थोड़े जल मछली चीवर मिलियो जाल। जे थोड़े जे जल विच मछली रहेंगी ना, जाल आके पाना है, फड़े जाना है तू। थोड़े जल मछली चीवर मिलियो जाल, ए टोगने ना छूट से और नहीं बच सकती। जे तू छप्पड़ विच रहेंगी, जाल पाएगा, तेनू किथे जान लई कोई राह नहीं लभना, फड़ी जाएंगी। ए टोगने ना छूट से, इस करके पता की कर, फिर कर समुद्र संभाल, उस समुद्र विच जाल, ਉਹ ਸਮੁੰਦਰ ਜੋ ਬੜਾ ਗਹਿਰਾ ਹੋਏ ਉਸ ਜਗ੍ਹਾ ਤੇ ਤੂੰ ਫਸੇ ਨਹੀਂ ਜਾਣਾ। ਸਾਡਾ ਦੁਖਾਂ ਤੇ ਵਾਪਰਿਆ, ਅਸੀਂ ਛੱਪੜ ਦੇ ਵਿੱਚ ਰਹੇ, ਅਸੀਂ ਸਰੋਵਰ ਤੱਕ ਨਹੀਂ ਪਹੁੰਚ ਸਕੇ। ਜੇ ਸਰੋਵਰ ਤੱਕ ਪਹੁੰਚ ਗਏ ਹੁੰਦੇ ਸਾਨੂੰ ਪਤਾ ਲੱਗ ਗਿਆ ਹੁੰਦਾ, ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨੇ ਪ੍ਰਤਪਾਲੇ। ਉਹ ਧਨ ਉਹ ਵਕਤ ਸਾਡੇ ਅੰਦਰ ਸੀ। ਸੋ ਪਤਾ ਕੀ ਲੱਗਿਆ, ਇਹ ਲੱਗਿਆ ਕਿ ਜਦ ਤੱਕ ਮੈਂ ਸੱਚ ਤੋਂ ਦੂਰ ਹਾਂ ਮੈਂ ਹਰ ਚੀਜ਼ ਵਿੱਚ ਮੇਰੀ ਮੇਰੀ ਕਰਦਾ ਪਿਆ, ਪਰ ਜਦੋਂ ਮੇਰਾ ਸੱਚ ਨਾਲ ਮਿਲਾਪ ਹੋ ਗਿਆ ਮੈਨੂੰ ਪਤਾ ਲੱਗੇਗਾ ਉਹ ਰੱਬੀ ਨਿਯਮ ਹਰ ਬੰਦੇ ਲਈ ਸਾਂਝਾ ਹੈ। ਸਾਹੁਰੜੀ ਵਥ ਸਭ ਕਿਛ ਸਾਂਝੀ, ਪੇਵ ਕੜੈ ਧਨ ਵਖੈ। ਪਰ ਹੋਇਆ ਪਤਾ ਕੀ, ਆਪ ਕੁਚੱਜੀ ਦੋਸ਼ ਨਾ ਦਿਓ। मैं आप सी कुचज्जी, मैं किसी ਨੂੰ ਕੀ ਦੋਸ਼ ਦਾਂ। ਜਾਣਾ ਨਾ ਹੀ ਰੱਖੇ, ਮੈਨੂੰ ਹੀ ਆਪਣਾ ਘਰ ਰੱਖਣਾ ਨਹੀਂ ਆਇਆ, ਮੈਨੂੰ ਹੀ ਆਪਣਾ ਘਰ ਸਵਾਰਨਾ ਨਹੀਂ ਆਇਆ, ਮੈਂ ਕਿਸੇ ਹੋਰ ਤੇ ਕਿਉਂ ਦੋਸ਼ ਦਾਂ। ਮੈਂ ਆਪ ਕੁਚੱਜੀ ਸੀ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬੜੇ ਪਿਆਰੇ ਸਿਰਲੇਖ ਆਉਂਦੇ ਨੇ। ਜਿਸ ਜਗ੍ਹਾ ਤੇ ਲਾਵਾਂ ਦਾ ਪਾਠ ਹੈ ਉਸ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਪਏ ਨੇ, ਭਲਿਆ ਪੁਰਖਾ ਤੂੰ ਹਰ ਪਹਿਲੀ ਲਾਹ ਪ੍ਰਵਿਰਤੀ ਕਰਮ ਚੜਾਇਆ ਸਮਝਣਾ ਹੈ ਨਾ, ਤੂੰ ਉਹ 4 ਸਟੈਪ ਤੱਕ ਪਹੁੰਚਣਾ ਹੈ। ਉਸ ਤੋਂ ਪਹਿਲੇ ਤੈਨੂੰ ਕੁਝ ਸਟੈਪਸ ਹੋਰ ਚੜਨੇ ਚਾਹੀਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੇ ਪਿਆਰੇ ਸਿਰਲੇਖ ਆਏ। ਇੱਕ ਜਗ੍ਹਾ ਤੇ 3 ਦਾ ਸੈੱਟ ਆਇਆ। ਉਸ ਸਿਰਲੇਖ ਕੀ ਨੇ? ਕੁਚੱਜੀ, ਅਗਲਾ ਸਿਰਲੇਖ ਸੁਚੱਜੀ, ਅਗਲਾ ਸਿਰਲੇਖ ਗੁਣਵੰਤੀ। ਹੁਣ ਕੁਚੱਜੀ ਦੇ ਵਿੱਚ ਮੇਰੇ ਕੋਲ ਚੱਜ ਨਹੀਂ ਹੈ। ਉਹ ਕਿਉਂ ਨਹੀਂ ਹੈ? ਗੁਰੂ ਸਾਹਿਬ ਐਗਜ਼ਾਮਪਲ ਦਿੰਦੇ ਪਏ ਨੇ। ਮੰਨ ਜੋ ਕੁਚੱਜੀ ਅਮਾਵਣ ਦੋਸੜ ਹੈ, हो क्यों शहर रावण जाए जियो। मेरे अंदर कोई ਚੱਜ ਸੀ, ਚੱਜ ਸੀ ਨਹੀਂ, ਮੇਰਾ ਕਿਵੇਂ ਪਤੀ ਪ੍ਰਭੂ ਨਾਲ ਮਿਲਾਪ ਹੋ ਸਕਦਾ? ਹੁਣ ਉਸ ਸ਼ਬਦ ਦੇ ਵਿੱਚ ਕਾਰਨ ਦਿੱਤੇ ਨੇ ਕਿ ਕਿਉਂ ਮੇਰਾ ਹਾਲਤ ਹੋਇਆ। ਉਸ ਸ਼ਬਦ ਵਿੱਚ ਅਖੀਰ ਵਿੱਚ ਜਾ ਕੇ ਕਹਿੰਦੇ ਪਏ ਨੇ, ਸੋਇਨਾ ਰੂਪਾ ਰੰਗਲਾ ਮੋਤੀ ਤਾਂ ਮਾਨਕ ਜਿਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿਨਸਿਓ ਲਾਇਆ ਚਿਤ ਜਿਓ। ਮੰਦਰ ਮਿੱਟੀ ਸੰਦੜੇ पत्थर कीते रास जियो, हाँ एनी ढोली भुलियस। फिर लफ्ज आ गया भुली। हाँ एनी ढोली भुलियस, तिस कंत ना बैठी पास जियो। कुचज्जी सी, मैं कंत नाल किवें बैठ सकदा सी? पर जदों पता लग्या कि कुचज्जपने दे कारण मैं सच तो खुंजी पईयां, सच तो दूर हो गईयां, मैं वो जीवन दा आनंद नहीं मान सकदी। अगला स्टेप आया ट्रांसफॉर्मेशन वाला। अगला स्टेप की सी? सुचज्जी। ਹੁਣ ਉਸ ਸੁਚੱਜੀ ਵਿੱਚ ਸਮਝ ਕੀ ਆਇਆ? ਜਾਂ ਤੂੰ ਤਾਂ ਮੈਂ ਸਭ ਕੋ। ਅੱਜ ਤੱਕ ਜਦ ਮੈਂ ਕੁਚੱਜੀ ਸੀ ਤੇ ਮੈਂ ਕਿੱਥੇ ਖੜੀ ਸੀ? ਮੈਂ ਖੜੀ ਸੀ ਸੋਇਨਾ ਰੂਪਾ ਰੰਗਲਾ ਮੋਤੀ ਤਾਂ ਮਾਨਕ ਜਿਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜਿਓ ਵਿੱਚ ਸੀ, ਇਸ ਕਰਕੇ ਕੁਚੱਜ ਸੀ। ਪਰ ਜਦੋਂ ਸੁਚੱਜ ਵਾਲੇ ਪਾਸੇ ਗਈ ਤੇ ਕੀ ਹੋਇਆ? ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਓ, ਤੁਧ ਅੰਤਰ ਹਾਂ ਸੁਖ ਬਸਾਂ, ਤੂੰ ਅੰਤਰ ਸ਼ਾਬਾਸ਼ ਜਿਓ। ਹੁਣ ਸਪਸ਼ਟ ਕਰਦੇ ਪਏ ਨੇ, ਜਦੋਂ ਤੂੰ ਅੰਤਰ ਸੀ ਉਹ ਮੈਨੂੰ ਮਹਿਸੂਸ ਹੋ ਗਿਆ, ਮੈਂ ਕੁਚੱਜ ਪੰਨਾ ਛੱਡਿਆ, ਸੁਚੱਜੀ ਬਣੀ। ਹੁਣ ਮੈਂ ਅਗਲਾ ਸਟੈਪ ਚੁੱਕਣ ਲਈ ਤਿਆਰ ਹੋ ਗਈ। ਅਗਲਾ ਸਟੈਪ ਕੀ ਹੈ? ਗੁਣਵੰਤੀ। ਹੁਣ ਗੁਣਵੰਤੀ ਦੇ ਵਿੱਚ ਕੀ ਆਏਗਾ? ਜੋ ਦਿਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜਿਓ। ਹੁਣ ਇਹਦੇ ਅਰਥ ਕੀ ਬਣੇ? ਜੋ ਮੈਨੂੰ ਗੁਰੂ ਦੀ ਸਿੱਖਿਆ ਸਮਝ ਆਈ, ਜੋ ਦਿਸੈ ਗੁਰ ਸਿੱਖੜਾ, ਜੋ ਸੱਚ ਦੀ ਸਿੱਖਿਆ ਮੈਨੂੰ ਸਮਝ ਆਈ, ਤਿਸ ਉਸ ਰਾਹ ਤੇ
ਨਿਵ ਨਿਵ ਬੜੀ ਹੰਬਲੀ ਨਿਵ ਨਿਵ ਲਾਗੋਂ ਪਾਏ ਜਿਓ। ਹੁਣ ਨਤੀਜਾ ਕੀ ਨਿਕਲੇਗਾ? ਹੁਣ ਇੱਕ ਮੇਰੀ ਟ੍ਰਾਂਸਫੋਰਮੇਸ਼ਨ ਵਾਲੀ ਜਰਨੀ ਹੋਈ, ਜਿਹੜੀ ਸ਼ੁਰੂ ਹੋਈ ਸੀ ਕੁਚੱਜੀ ਤੋਂ, ਅਗਲਾ ਸਟੈਪ ਆਇਆ ਸੀ ਸੁਚੱਜੀ, ਅਗਲਾ ਸਟੈਪ ਆਪਣੇ ਮੰਜ਼ਿਲ ਤੱਕ ਪਹੁੰਚ ਚੁੱਕੀ ਹੈ, ਉਹ ਕੀ ਹੈ? ਗੁਣਵੰਤੀ। ਪਰ ਜੇ ਉਹ ਸਟੈਪ ਨਹੀਂ ਲਿਆ ਤੇ ਗੁਰੂ ਸਾਹਿਬ ਕਹਿੰਦੇ ਪਏ ਨੇ ਆਪ ਕੁਚੱਜੀ, ਮੈਂ ਆਪ ਕੁਚੱਜੀ ਸੀ, ਦੋਸ਼ ਨਾ ਦਿਓ। ਕਿਸੇ ਨੂੰ ਕੀ ਦੋਸ਼ ਦਾ? ਆਪ ਕੁਚੱਜੀ, ਦੋਸ਼ ਨਾ ਦਿਓ, ਜਾਣਾ ਨਾ ਹੀ ਰੱਖੇ, ਮੈਨੂੰ ਆਪਣਾ ਘਰ ਰੱਖਣਾ ਨਹੀਂ ਆਇਆ। ਇਸ ਕਰਕੇ ਜੀਵ ਇਸਤਰੀ ਦਾ ਉਸ ਪਤੀ ਪ੍ਰਭੂ ਨਾਲ ਮਿਲਾਪ ਨਹੀਂ ਹੋ ਪਾ ਰਿਹਾ। ਹੁਣ ਜੀਵ ਇਸਤਰੀ ਪਤੀ ਪ੍ਰਭੂ ਨੂੰ ਰਿਝਾਣ ਲਈ ਸ਼ਿੰਗਾਰ ਵੀ ਕਰਦੀ ਹੈ। ਦੂਜੇ ਬੰਦ ਵਿੱਚ ਆਓ, ਦੂਜੇ ਬੰਦ ਵਿੱਚ ਸਮਝਾਉਂਦੇ ਨੇ ਕੱਢ ਕਸੀਦਾ ਪਹਿਰੇ ਚੋਲੀ ਤਾਂ ਤੁਮ ਜਾਣੋ ਨਾਰੀ। ਹੁਣ ਮੰਨ ਲਓ ਕੋਈ ਇੱਕ ਨਾਰਮਲ ਕਪੜਾ ਹੈ, ਉਹ ਕਪੜਾ ਹੋ ਸਕਦਾ ਹੈ 200 ਰੁਪਏ ਮੀਟਰ, 500 ਰੁਪਏ ਮੀਟਰ, ਪਰ ਜਦੋਂ ਉਸ ਕੱਪੜੇ ਦੇ ਉੱਤੇ ਕਢਾਈ ਹੋ ਗਈ, ਫੁਲਕਾਰੀ ਹੋ ਗਈ, ਛੋਟੇ ਛੋਟੇ ਫੁੱਲਾਂ ਨਾਲ ਉਹ ਇੱਕ ਫੁਲਕਾਰੀ ਕਰ ਦਿੱਤੀ, ਹੁਣ ਕੱਪੜਾ ਉਹੀ ਹੈ, ਬਟ ਕੀ ਹੁਣ 200 ਰੁਪਏ ਮੀਟਰ ਮਿਲੇਗਾ? ਹੁਣ ਉਸ ਫੁਲਕਾਰੀ ਨੇ ਹੀ ਉਹਦਾ ਮੁੱਲ ਕਿੰਨਾ ਕਰ ਦਿੱਤਾ? 1000 ਰੁਪਏ ਮੀਟਰ। ਕੱਪੜਾ ਉਹੀ ਸੀ, ਹੁਣ ਕੱਪੜੇ ਦੇ ਉੱਤੇ ਜਦੋਂ ਫੁਲਕਾਰੀ ਹੋ ਗਈ, ਕੱਪੜਾ ਤਿਆਰ ਹੋ ਗਿਆ, ਕੱਪੜੇ ਦੇ ਉੱਤੇ ਕਢਾਈ ਹੋ ਗਈ, ਉਸ ਕੱਪੜੇ ਦੀ ਕੀਮਤ ਵੱਧ ਗਈ। ਮੇਰਾ ਮਨ ਹੋਈ ਸੀ, ਜਦੋਂ ਇਸ ਮਨ ਨੇ ਸ਼ਿੰਗਾਰ ਨਹੀਂ ਕੀਤਾ ਹੋਇਆ ਸੀ ਨਾ, ਇਹਦੀ ਕੋਈ ਜੀਵਨ ਦੀ ਵੈਲਿਊ ਨਹੀਂ ਸੀ। ਪਰ ਜਦੋਂ ਇਸਨੇ ਸ਼ਿੰਗਾਰ ਕਰ ਲਿਆ, ਉਹ ਸ਼ਿੰਗਾਰ ਕਿਹੜਾ? ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੋ ਪਤ ਮੇਰੀ, ਦਾਣਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹ ਪ੍ਰੇਮ ਦਾ ਪਟੋਲਾ ਸੀ। ਹੁਣ ਮੈਂ ਆਪਣੇ ਮਨ ਦੇ ਉੱਤੇ ਉਹ ਕਢਾਈ ਕੀਤੀ, ਆਪਣੇ ਆਪ ਨੂੰ ਸ਼ਿੰਗਾਰਿਆ, ਸਵਾਰਿਆ। ਜਦੋਂ ਕਿਸੇ ਬੰਦੇ ਨੇ ਕੋਈ ਵੀ ਕੰਮ ਕਰਨਾ ਹੈ, ਕੋਈ ਸਪੋਰਟਸ ਪਰਸਨ ਵੀ ਹੈ, ਕੋਈ ਫੁੱਟਬਾਲਰ ਹੈ, ਹੁਣ ਜਦੋਂ ਉਹ ਫੁੱਟਬਾਲ ਖੇਲਦਾ ਪਿਆ, ਉਹ ਆਪਣੇ ਆਪ ਨੂੰ ਰੋਜ਼ ਸਵਾਰਦਾ ਹੈ, ਰੋਜ਼ ਸ਼ਿੰਗਾਰਦਾ ਹੈ, ਤਾਂ ਜਾ ਕੇ ਉਹ 90 ਮਿੰਟ ਪਰਫਾਰਮ ਕਰ ਸਕਦਾ ਹੈ ਨਾ। ਕੋਈ ਇੱਕ ਡਾਕਟਰ ਹੈ, ਉਸ ਡਾਕਟਰ ਨੇ ਇੱਕ ਪੇਸ਼ੈਂਟ ਨੂੰ ਦੇਖਿਆ ਤੇ 15 ਮਿੰਟਾਂ ਲਈ ਦੇਖ ਕੇ ਕਹਿਤਾ 1000 ਰੁਪਏ। ਅਸੀਂ ਕਹਿਤਾ ਤੂੰ 15 ਮਿੰਟ ਲਾਏ 1000 ਰੁਪਏ। ਉਹ 1000 ਰੁਪਏ ਕੇਵਲ ਉਸ 15 ਮਿੰਟ ਦੇ ਨਹੀਂ ਨੇ, ਉਹ 1000 ਰੁਪਏ ਉਹਦੇ ਪਹਿਲੀ 5 ਸਾਲ ਦੀ ਪੜ੍ਹਾਈ ਤੇ ਉਸ ਤੋਂ ਬਾਅਦ 10 ਸਾਲ ਦੇ ਤਜਰਬੇ ਦੇ ਨੇ। ਉਸਨੇ ਆਪਣੇ ਆਪ ਨੂੰ ਸ਼ਿੰਗਾਰਿਆ, ਸਵਾਰਿਆ, ਤਿਆਰ ਕੀਤਾ, ਤਾਂ ਜਾ ਕੇ ਸਾਡੇ ਉਹ ਜੋ ਸਰੀਰਕ ਰੋਗ ਨੇ ਉਹਦਾ ਹੱਲ ਕੱਢਦਾ ਪਿਆ ਨਾ। ਜਦੋਂ ਅਸੀਂ ਜ਼ਿੰਦਗੀ ਵਿੱਚ ਜੋ ਵੀ ਹਾਸਲ ਕਰਨਾ ਚਾਹੁੰਦੇ ਹਾਂ, ਉਹਦੇ ਲਈ ਮਿਹਨਤ ਕੀਤੀ, ਤਿਆਰੀ ਕੀਤੀ, ਪਰਿਸ਼ਰਮ ਕੀਤਾ, ਆਲਸ ਛੱਡਿਆ, ਤੇ ਉਹ ਕੀ ਹੋਏਗਾ? ਕੱਢ ਕਸੀਦਾ, ਆਪਣੇ ਆਪ ਦੇ ਮਨ ਨੂੰ ਕਢਾਈ ਕੀਤੀ, ਫੁਲਕਾਰੀ ਕੀਤੀ, ਸੋਹਣਾ ਬਣਾਇਆ। ਕੱਢ ਕਸੀਦਾ ਪਹਿਰੇ ਚੋਲੀ ਤਾਂ ਤੁਮ ਜਾਣੋ ਨਾਰੀ। ਹੁਣ ਇਹ ਜੀਵ ਇਸਤਰੀ ਪ੍ਰਵਾਨ ਹੁੰਦੀ ਪਈ ਹੈ, ਪਤੀ ਪ੍ਰਭੂ ਨੂੰ ਰਿਝਾ ਪਾ ਰਹੀ ਹੈ, ਪਤੀ ਪ੍ਰਭੂ ਖੁਸ਼ ਹੁੰਦਾ ਪਿਆ। ਕਿਉਂ? ਕਿਉਂਕਿ ਮੈਂ ਆਪਣੇ ਆਪ ਨੂੰ ਸ਼ਿੰਗਾਰ ਕੇ, ਸਵਾਰ ਕੇ ਤਿਆਰ ਕਰ ਦਿੱਤਾ। ਪਰ ਇੱਕ ਚੀਜ਼ ਅੱਗੇ ਸਪਸ਼ਟ ਕਰ ਦਿੱਤੀ ਹੈ, ਜੇ ਘਰ ਰੱਖੇ। ਹੁਣ ਜਦੋਂ ਤੈਨੂੰ ਆਪਣਾ ਘਰ ਰੱਖਣਾ ਆ ਗਿਆ ਨਾ, ਜਦੋਂ ਤੈਨੂੰ ਪਤਾ ਲੱਗਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਜਦੋਂ ਤੈਨੂੰ ਪਤਾ ਲੱਗਿਆ ਨਾ ਬਾਹਰ ਕੁਛ ਨਹੀਂ ਹੈ, ਜੇ ਘਰ ਰੱਖੇ, ਜੇ ਤੈਨੂੰ ਘਰ ਰੱਖਣਾ ਆ ਗਿਆ ਨਾ, ਪਤਾ ਤੂੰ ਕੀ ਕਰੇਂਗੀ? ਹੁਣ ਬੁਰਾ ਨਾ ਚਾਖੇ, ਹੋਵੇ ਕੰਤ ਪਿਆਰੀ। ਹੁਣ ਜੋ ਬੇਕਾਰ ਦੀਆਂ ਚੀਜ਼ਾਂ ਨੇ ਨਾ, ਤੂੰ ਉਹਨੂੰ ਟੇਸਟ ਕਰਨਾ ਛੱਡ ਦੇਂਗੇ। ਹੁਣ ਉਹ ਬਿਨਾਂ ਮਤਲਬ ਦੀ ਚੁਗਲੀਆਂ ਦੀਆਂ ਗੱਲਾਂ ਨੂੰ ਤੂੰ ਟੇਸਟ ਕਰਨਾ ਛੱਡ ਦੇ, ਉਹ ਬਿਨਾਂ ਮਤਲਬ ਦੇ ਆਲਸ ਦੇ ਕੰਮ ਨੂੰ ਟੇਸਟ ਕਰਨੇ, ਉਹ ਚੀਜ਼ਾਂ ਨੂੰ ਟੇਸਟ ਕਰਨਾ ਛੱਡ ਦਿੱਤਾ। ਬੁਰਾ ਨਾ ਚਾਖੇ, ਹੋਏਗਾ ਕੀ? ਹੋਵੇ ਕੰਤ ਪਿਆਰੀ। ਹੁਣ ਤੈਨੂੰ ਪਤਾ ਲੱਗਾ ਉਹ ਸੱਚ, ਉਹ ਕੰਤ, ਉਹ ਪ੍ਰਭੂ, ਉਹ ਰੱਬ ਮੇਰੇ ਅੰਦਰ ਹੀ ਸੀ। ਪਿਆਰੀ ਬਣ ਗਈ। ਭਾਵ ਪਿਆਰ ਦਾ ਮਤਲਬ ਕੀ? ਉਹਨਾਂ ਦੇ ਨਾਲ ਰਿਸ਼ਤੇ ਬਰਕਰਾਰ ਰਹਿ ਸਕਦੇ ਨੇ ਜਿਨ੍ਹਾਂ ਦੇ ਨਾਲ ਸੋਚ ਮੇਲ ਖਾ ਜਾਏ। ਰੱਬ ਜੀ ਸਾਡੇ ਅੰਦਰ ਹੀ ਸੀ, ਜਦੋਂ ਸਾਡੀ ਸੋਚ ਉਹ ਰੱਬ ਵਾਲੀ ਬਣ ਗਈ, ਉਹ ਰਿਸ਼ਤਾ ਕਾਇਮ ਬਣ ਗਿਆ। ਉਹਨੂੰ ਕਹਿੰਦੇ ਪਏ ਨੇ ਹਰਜਨ ਐਸਾ ਚਾਹੀਏ ਜੈਸਾ ਹਰੀ ਹੋਏ ਬਣ ਗਿਆ। ਪਤਾ ਕੀ ਨਿਕਲਿਆ ਦੂਜੇ ਬੰਦ ਵਿੱਚ? ਪਹਿਲੇ ਬੰਦ ਵਿੱਚ ਸੀ ਜਦ ਤੱਕ ਮੈਂ ਪਤੀ ਪ੍ਰਭੂ ਤੋਂ ਵੱਖ ਸੀ, ਤਦ ਤੱਕ ਮੈਂ ਮੇਰੀ ਕਰਦੀ ਸੀ। ਜਦੋਂ ਮੈਂ ਰੱਬੀ ਮਿਲਾਪ ਕਰ ਪਾਈ, ਮੈਨੂੰ ਪਤਾ ਲੱਗਿਆ ਨਿਯਮ ਹਰ ਜਗ੍ਹਾ ਤੇ ਸਾਂਝੇ ਨੇ। ਪਤਾ ਲੱਗਿਆ ਮੈਂ ਆਪ ਕੋ ਚੱਜ ਪੰਨੇ ਵਿੱਚ ਸੀ, ਮੈਂ ਕਿਸੇ ਨੂੰ ਕੀ ਦੋਸ਼ ਦਿੰਦੀ। ਹੁਣ ਜਦੋਂ ਮਹਿਸੂਸ ਕਰ ਲਿਆ ਮੈਂ ਇੱਕ ਰਾਹ ਤੇ ਚੱਲੀ ਸੀ, ਕੁਚੱਜੀ ਤੋਂ ਗੁਰਮੰਤੀ ਤੱਕ, ਦੂਜੇ ਮਨ ਵਿੱਚ ਆ ਕੇ ਮੈਂ ਆਪਣਾ ਸ਼ਿੰਗਾਰ ਕਰਨਾ ਸ਼ੁਰੂ ਕੀਤਾ। ਸ਼ਿੰਗਾਰ ਕਿਹੜਾ ਸੀ? ਪ੍ਰੇਮ ਪਟੋਲਾ ਵਾਲਾ। ਉਹ ਕੱਢ ਕਸੀਦਾ ਪਹਿਰੇ ਚੋਲੀ। ਮੈਂ ਆਪਣੇ ਆਪ ਨੂੰ ਤਿਆਰ ਕੀਤਾ, ਸ਼ਿੰਗਾਰਿਆ, ਆਪਣੇ ਆਪ ਨੂੰ ਸਵਾਰਿਆ।
जे घर रखे मैनू अपना घर रखना आ गया, फिर हुण मैं बेकार दीयां चीजां तो टेस्ट नहीं करांगा, भाव मैं उन्हां दे अपने विच अपना टाइम स्पेंड नहीं करांगा। नतीजा की निकलिया होवे कंत प्यारी, हुण मेरा रब्बी मिलाप हो गया। अखीरले बंद विच हुण एक सवाल खड़ा कर देता, जे तू पढ़िया पंडित बीना, दो अखर दो नावा, इतने ਤੁਹਾਨੂੰ अनेक जगह ते अनेक अर्थ मिलेंगे। जो खास करके ज्यादातर मिलेंगे वो आएगा एक पासे कुछ ਇਹੋ ਜਿਹੇ ਲੋਕ ਸੀ ਜੋ ਮੰਨਦੇ ਸੀ ਕਿ ਜੇ ਤੁਸੀਂ ਰੱਬੀ ਮਿਲਾਪ ਚਾਹੁੰਦੇ ਹੋ ਤੇ ਤੁਹਾਨੂੰ ਘਰ-ਬਾਰ ਸੰਸਾਰ ਛੱਡਣਾ ਪਏਗਾ। ਪਰ ਇੱਥੇ ਕਹਿੰਦੇ ਪਏ ਨੇ ਦੋਏ ਅੱਖਰ, ਇੱਕ ਪਾਸੇ ਸੰਸਾਰਕ ਘਰ ਤੇ ਇੱਕ ਪਾਸੇ ਰੱਬੀ ਘਰ। ਪਰ ਜੇ ਅਸੀਂ ਉਸ अर्थ ਵੱਲ ਜਾਵਾਂਗੇ, फिर जो अगली पंक्ति आएगी प्रणवत नानक एक लंगाए, फिर ਇਹਦੇ अर्थ की करांगे। इस करके किधर ना किधर ਉਹ अर्थ बन नहीं सकते। ਹੁਣ उस टॉपिक ਦੇ ਵਿੱਚ ਰਹਿੰਦੇ ਆ, ਜਿਹੜੇ अर्थ समझ आते हैं, अर्थ की ਬੰਦੇ ਪਏ ਨੇ, एक सवाल खड़ा ਕੀਤਾ है, ਤੈਨੂੰ ਇੰਨਾ ਕੁਝ समझ आ गया, ਉਹਨੇ एक सवाल खड़ा ਕੀਤਾ है, ਤੂੰ बड़ा अपने आप ਨੂੰ ਸਿਆਣਾ ਖਵਾਉਂਦਾ, ਪੜਿਆ ਲਿਖਿਆ ਖਵਾਉਂਦਾ, ਚੌਧਰੀ ਖਵਾਉਂਦਾ। ਜੇ ਤੂੰ ਪੜਿਆ ਪੰਡਿਤ ਵੀ ਨਾ ਆਪਣੇ ਆਪ ਨੂੰ ਬੜਾ ਸਿਆਣਾ ਖਵਾਉਂਦਾ, ਹੁਣ ਇੱਕ ਸਵਾਲ ਦਾ ਜਵਾਬ ਦੇ। ਦੋਏ ਅੱਖਰ ਦੋਏ ਨਾਵਾਂ, ਤੂੰ ਇੰਨਾ ਸਿਆਣਾ ਸੀ, ਅੱਖਰ ਕੀ ਸੀ? ਮਨੁੱਖੀ ਕਿਰਤ, ਅੱਖਰ ਕੀ ਸੀ? ਮਨੁੱਖੀ ਸੋਚ, ਅੱਖਰ ਕੀ ਸੀ? ਜੋ ਮੈਂ ਅੱਜ ਤੱਕ ਦੇ ਸੰਸਕਾਰ ਕੀਤੇ ਇਕੱਠੇ ਕੀਤੇ ਨੇ, ਦੋਏ ਅੱਖਰ। ਤੂੰ ਇਹ ਡੁਐਲਿਟੀ ਵਾਲੇ ਅੱਖਰ, ਕਦੀ ਚੰਗੇ ਵਾਲੇ ਪਾਸੇ ਕਦੀ ਮਾੜੇ ਪਾਸੇ, ਕਦੀ ਚੱਜ ਦੇ ਕੰਮ ਕਰੇਗਾ ਫਿਰ ਦੁਬਾਰਾ ਕੰਫਿਊਜ਼ ਹੋ ਜਾਏਗਾ। ਦੋਏ ਨਾਵਾਂ, ਤੂੰ ਦੋਏ ਬੇੜੀਆਂ ਤੇ ਸਵਾਰ ਹੋ ਜਾਏਗਾ। ਤੂੰ ਇੱਕ ਪਾਸੇ ਕਿਉਂ ਨਹੀਂ ਜਾ ਰਿਹਾ? ਜੇ ਤੂੰ ਪੜਿਆ ਪੰਡਿਤ ਬੀਨਾ, ਜੇ ਤੂੰ ਇੰਨਾ ਸਿਆਣਾ ਸੀ, ਸੂਝਵਾਨ ਸੀ, ਹੁਣ ਇੱਕ ਸਵਾਲ ਖੜਾ ਕੀਤਾ, ਸਵਾਲ ਦਾ ਜਵਾਬ ਦੇ। ਜੇ ਤੂੰ ਸਿਆਣਾ ਸੀ, ਦੋਏ ਅੱਖਰ, ਤੂੰ ਡੁਐਲਿਟੀ ਵਾਲੀ ਕਿਰਤ, ਡੁਐਲਿਟੀ ਵਾਲੀ ਸੋਚ, ਕਦੀ ਚੰਗਾ ਕਦੀ ਮਾੜਾ, ਉਸ ਪਾਸੇ ਦੋਏ ਨਾਵਾਂ ਦੋਏ ਬੇੜੀਆਂ ਤੇ ਕਿਉਂ ਸਵਾਰ ਹੋ ਗਏ? ਪਰ ਹੁਣ ਫੈਸਲਾ ਸੁਣਾਉਂਦੇ ਨੇ ਪ੍ਰਣਵਤ ਨਾਨਕ ਏਕ ਲੰਗਾਏ। ਜੇ ਤੂੰ ਦੋਏ ਅੱਖਰ ਤੇ ਰਹੇਗਾ, ਜੇ ਤੂੰ ਦੋਏ ਨਾਵਾਂ ਤੇ ਰਹੇਗਾ, ਡੁੱਬੇਗਾ ਹੀ ਡੁੱਬੇਗਾ। ਵਿਚਾਰਿਆ ਸੀ ਨਾ ਅਸੀਂ, टाइम हो गया उस पास से नहीं जाना। दोए दर्पण देखे एक में अनेक रूप, दोए नाव पांव धरे पहुंचे ना पारे। जे दो नां दे विच, दो बेड़ियां दे विच अगर पैर रखेगा कि तू पार लंघ सकदा है? बिल्कुल नहीं। दोए दर्पण देखे एक में अनेक रूप, दोए नाव पांव धरे पहुंचे ना पार है। दोए दिशा गहे गहाए से हाथ पांव टूटे, दुराहे दो चित होए धूल पग दहार है। जे बंदा एक सीधे राह ते चल रहा है, कंफ्यूजन हो सकता है? बिल्कुल नहीं। कंफ्यूजन किधर होंदा है? जिथे दुराहा हो या चौराहा हो। हुण ओही कहंदे पे ने, दोए भूप ताको गाओ परजा ना सुखी होत, दोए पुरखन की ना कुला बधु नार है। गुरसिख होए आन देव सेव टेव गहे सहे जमदंड। त्रिक जीवन संसारे जे तू डुअलिटी विच रहेगा और दस तेरा पार उतारा किवें हो सकदा है? अखीर विच ओही कहंदे पे ने, तू इन्ना सियाना सी, दो बेड़ियां ते क्यों सवार होया? जे तू इन्ना सियाना सी, डुअलिटी वाली सोच लेके क्यों जरिया? एक पासे क्लियर हो जाता ना। पर वो हुण फैसला सुनांदे पे ने प्रणवत नानक एक लंघाए। वो एको दा फलसफा दे उस किश्ती ते सवार हो गया ना, फिर तू पार लंघ सकदा है जेकर सच समावा। जे सच दे विच मैं लीन हो गया, जे अपने मन नूं सच नाल इतना ट्यून कर दिता कि हुण मैं बस केवल ता केवल उस गाड़ी राह ते चलदा पिया जिस गाड़ी राह ते चलदिया होया मेरे मन ने एक चीज नहीं करनी। वो की? अगले शब्द विच कहंदे पए ने, राजा बालक नगरी काची, दुष्टां नाल प्यारो। जे मैं कुचज रहा, जे मैं एकदम ता एकदम केवल भरम दे विच रहा, ते फिर ए मेरा मन राजा बालक बन जाएगा। ए शरीर नगरी भी कच्ची है, दुष्टां नाल प्यार कर बैठा। होएगा कि हुण जदों हमला होना ही होना, दोए माई डुअलिटी आ गई ना, दो मत लेके बैठा होया। दोए बापा पढ़िए, पंडित करो विचारो। ए विचार करके देख की विचार स्वामी पंडिता तुम देव मती किन विद पावो प्राणपति। वो मिलाप किवें हो सकता है? वो मिलाप ताई हो सकता है जे परम नूं छड्ड के धर्म वाले पासे आइए। ते धर्म की है? धर्म है सच सबना का धर्म है। जदों वो सच नूं समझ लिया, एको धर्म जेड़ा है सच सबना का खसम है, वो खसम नूं समझ लिया, फिर एको धर्म जेड़ा है सच कोई, वो एको धर्म की है वो सच दे विच ट्यून हो गए, कुदरती नियम नूं समझ गए। फिर अज दा टॉपिक गुरु साहब सानू समझांदे पए ने, मैं अपने कीते कम्मां दे कारण भरम दे विच सी,
इस करके वो अखर की ने मेरी अपनी सोच उस अपनी सोच के अनुसार चलता पिया सी। अवर ना जाना बानी मैनू होर कोई सोच होर कोई विचारधारा चंगी नहीं लगती पई सी। जदों अपना दिमाग ओपन किया, अपनी सूझ ओपन की, अपने आप को कोई चीज एक्सेप्ट करने लिए तैयार कर दिता, फिर बानी दे फलसफे नू, फिर अवर ना जाना बानी ते ना खड़े होके असीं बानी नू अपने जीवन विच टुका सकांगे। होईयां गलतियां दे क्षमा जो अर्थ समझ आए ने तुहाडे नाल सांझ करन दी कोशिश की है। हमेशा की तरह दावा कोई नहीं कि यह अर्थ फाइलन ने होईयां गलतियां दी क्षमा। फतेह बुलाओ जी। वाहिगुरु जी का खालसा, वाहिगुरु जी की फतेह।